और आदि धर्म समाज के जिन्ने भी वर्कर हैं उन्होंने मेरी बेनती है ਜਿਹੜੇ ਲੋਕਾਂ ਨੂੰ ਤੁਸੀਂ VIP तौर से बनाया उन्होंने ਤੁਸੀਂ कुर्सी का इंतजाम करके देना और फिर मैं एक बार बेनती है कि नौजवान वीरों को जे अगर अज के फंक्शन में कोई भी व्यक्ति VIP आता है तो उन्होंने कुर्सी जरूर दियो। जी बैठो हेलो दुकान नहीं उन्होंने हैगी जिन्हें भी मेरे वीर आ रहे हैं सारे को बेनती है इन्होंने मैं पीछे घुमा दो भाई अंदर आके ना इधर आ जाओ पीछे पीछे कुर्सियां के पीछे हट जाओ भाई आगे होना तुसी गोभी के आगे कर दो जिहड़ा भी साडा वीर बोले सारे हाथ जोड़ के बेनती है समा ज़्यादा हो चुका है ये 2 मिनट तो बाद कोई भी व्यक्ति ना बोले जो बोलने लगे डर के और नेड़े जाओ सारे गलाई च लेके आओ सारे हाँ पहले नेड़े जाओ कुछ वीडियो बनाई नेड़े जाओ सारे कवर करके क्या नहीं थी ना कवर करना ਜਿਹੜੇ ਵਿਅਕਤੀ ਨੂੰ ਵੀ ਟਾਈਮ ਦਿੱਤਾ ਜਾਵੇ ਬੋਲਣ ਦਾ ਮੇਰੀ ਬੇਨਤੀ ਆ ਮੋਬਾਈਲ ਜਿਹੜਾ ਹਰ ਕਿਸੇ ਕੋਲ ਹੁੰਦਾ ਆ ਕਿ ਆਪਣਾ ਮੋਬਾਈਲ ਦੇਖ ਕੇ ਟਾਈਮ ਦੇਖ ਕੇ ਤੇ 2 ਮਿੰਟ ਤੱਕ ਹੀ ਬੋਲੇ ਤੇ ਜਿਹੜੇ ਮੇਰੇ ਵੀਰ ਸਾਹਮਣੇ ਖੜੇ ਆ ਇਹਨਾਂ ਨੂੰ ਮੇਰੀ ਬੇਨਤੀ ਆ ਜਿਹੜੇ ਟੇਬਲ ਦੀਆਂ ਕੁਰਸੀਆਂ ਲੱਗੀਆਂ ਹੋਈਆਂ ਇਹ ਕੁਰਸੀਆਂ ਦੇ ਪਿੱਛੇ ਆ ਕੇ ਭਾਵੇਂ ਖੜੇ ਹੋ ਜਾਣ ਤੇ मैं बेनती करदा वो बिट्टू ਨੂੰ ਬੁਲਾਈ ਜਰਾ ਨੂੰ ਕਿਆ ਬੋਲਣਾ ਸੀਗਾ ਸੱਚਾ ਮੁਕੇਸ਼ ਬਿੱਟੂ ਭਾਈ 2 ਮਿੰਟ ਅਰੇ ਆ 2 ਮਿੰਟ ਚਲੋ ਮੈਂ ਬੇਨਤੀ ਕਰਦਾ ਮੇਰੇ ਵੱਡੇ ਵੀਰ ਸੁਖਚੈਨ ਗਿੱਲ ਜੀ ਨੂੰ ਜਿਨ੍ਹਾਂ ਦਾ ਜੀਵਨ ਜਿਹੜਾ ਆ ਜਦੋਂ ਕਿ ਉਹ ਆਦਰਸ਼ ਦੇ ਸਿਪਾਹੀ ਬਣੇ ਆ ਤੇ ਉਹਨਾਂ ਦਾ ਜੀਵਨ ਜਿਹੜਾ ਆ ਕਾਫੀ ਬਦਲ ਚੁੱਕਾ ਆ ਕਾਫੀ ਡਿਵੈਲਪਮੈਂਟ ਹੋਈ ਆ ਆਪ ਦੀ ਆਪਦੇ ਪਰਿਵਾਰ ਦੀ ਤੇ ਮੈਂ ਬੇਨਤੀ ਕਰੂੰਗਾ ਵੀਰ ਸੁਖਚੈਨ ਗਿੱਲ ਨੂੰ ਧਰਮ ਪ੍ਰੇਮੀਓ ਜੈ ਵਾਲਮੀਕੀ ਜੈ ਭੀਮ ਸਾਥੀਓ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਸਾਡਾ ਰਹਿਬਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ और नौजवान ਵੀਰ बहुत ही ਵੱਧ ਗਿਣਤੀ ਨਾਲ ਆਏ ਹੋਏ ਆ ਇਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਕਿ ਬਾਬਾ ਸਾਹਿਬ ਦਾ ਜਿਹੜਾ ਦਿਹਾੜਾ ਮਨਾ ਰਹੇ ਆਪਾਂ ਇਹ ਹਰ ਇੱਕ ਨੌਜਵਾਨ ਨੂੰ ਪਤਾ ਹੋਣਾ ਚਾਹੀਦਾ ਕਿ ਬਾਬਾ ਸਾਹਿਬ ਨੇ ਸਾਡੇ ਵਾਸਤੇ ਕੀ ਕੀਤਾ ਇਹ ਨਹੀਂ ਕਿ ਇੱਕ ਆਪਾਂ 3 ਘੰਟੇ ਦੀ ਫਿਲਮ ਦੇਖ ਕੇ ਚਲੇ ਗਏ ਤੇ ਸਟੋਰੀ ਫਿਲਮ ਦੇਖ ਲਈ ਤੇ ਖਤਮ ਇੱਥੋਂ ਕੁਝ ਜਾਣਾ ਲੈ ਕੇ ਜਾਣਾ ਤੇ ਕੋਈ ਪ੍ਰੇਰਨਾ ਲੈ ਕੇ ਜਾਣੀ ਜਾਂ ਆਪਣੇ ਜੀਵਨ ਦੇ ਵਿੱਚ ਕੋਈ ਇਹੋ ਜਿਹੇ ਵਿਚਾਰ ਬਣਾਉਣੇ ਆ ਕਿ ਅਸੀਂ ਵੀ ਬਾਬਾ ਸਾਹਿਬ ਵਾਂਗੂ ਆਪਣੇ ਹੋਰ ਨੂੰ ਤਾਂ ਆਪਣੇ ਘਰ ਨੂੰ ਤਾਂ ਬਦਲਦੀ ਹੈ ਬਾਬਾ ਸਾਹਿਬ ਨੇ ਇੰਨੀਆਂ ਮੁਸ਼ਕਲਾਂ ਨਾਲ ਪੜ੍ਹ ਕੇ ਉਸ ਟਾਈਮ ਪੜ੍ਹਨ ਵਾਸਤੇ ਵੀ ਨਾ ਆਪਣੇ ਲੋਕਾਂ ਨੂੰ ਸਕੂਲਾਂ 'ਚ ਨਹੀਂ ਜਾਣ ਦਿੱਤਾ ਜਾਂਦਾ ਸੀ ਤਾਂ ਬਾਬਾ ਸਾਹਿਬ ਨੇ ਨਾ ਸੰਘਰਸ਼ ਕਰਕੇ ਬਾਹਰ ਬੈਠ ਕੇ ਉਹਨਾਂ ਨੇ ਪੜ੍ਹਾਈ ਕੀਤੀ ਪਰ ਲੇਕਿਨ ਹੁਣ ਤਾਂ ਆਪਣੇ ਕੋਲ ਇੰਨੀਆਂ ਸੁਵਿਧਾ ਹੈਗੀਆਂ ਨੇ ਕਿ ਆਪਾਂ ਕਾਲਜ ਜਾ ਸਕਦੇ ਹਾਂ ਸਕੂਲਾਂ ਜਾ ਸਕਦੇ ਗੱਡੀਆਂ ਮੋਟਰਾਂ ਕਾਰਾਂ ਹਰ ਇੱਕ ਚੀਜ਼ ਹੈ ਫਿਰ ਵੀ ਆਪਾਂ ਨਲਾਇਕੀ ਆਪਾਂ ਕਰਦੇ ਬੱਚੇ ਕਰਦੇ ਪਏ ਆਪਣੇ ਬੱਚੇ ਪੜ੍ਹਦੇ ਨਹੀਂ ਪਏ और जिन्ना चिकर आप पढ़ांगे नहीं उन्ना चिकर अपना जीवन नहीं बदलेगा। बाबा साहब ने एको गल कही सी, शिक्षा और शेर दी दुध है, जिन्ना जिहड़ा पीएगा उन्ना ही दहाड़ेगा।
ਤੇ ਦਾੜ ਦਾ ਮਤਲਬ ਉਹੀ ਹੈ ਜਿੰਦੇ ਹੱਥ ਦੇ ਵਿੱਚ ਕਲਮ ਹੈ। ਇੱਕ ਪਾਸੇ ਕਲਮ ਰੱਖ ਦੋ, 1000 ਤਲਵਾਰਾਂ ਰੱਖ ਲਓ, ਤੇ ਕਲਮ ਦੀ ਤਾਕਤ ਜ਼ਿਆਦੀ ਹੈ ਤਲਵਾਰਾਂ ਨਾਲੋਂ। ਇਹ ਆਪਣੇ ਜੀਵਨ ਦੇ ਵਿੱਚ ਤੁਸੀਂ ਇੱਕ ਪੜ੍ਹਨ ਲੈ ਕੇ ਜਾਣਾ ਇੱਥੋਂ, ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਹੈ। ਪਿੱਛੇ ਨੂੰ ਆਓ ਵਾਪਸ। ਤੁਹਾਡੇ ਕੋਲ ਹਰ ਇੱਕ ਚੀਜ਼ ਖੋਈ ਜਾ ਸਕਦੀ ਹੈ, ਜ਼ਮੀਨ ਖੋਈ ਜਾ ਸਕਦੀ ਹੈ, ਜਾਇਦਾਦ ਖੋਈ ਜਾ ਸਕਦੀ ਹੈ, ਤੁਹਾਡੇ ਜੀਵਨ ਦਾ ਹਰ ਅਨਮੋਲ ਚੀਜ਼ ਖੋਈ ਜਾ ਸਕਦੀ ਹੈ। ਲੇਕਿਨ ਜਿਹੜੀ ਪੜ੍ਹਾਈ ਹੈ, ਤੁਸੀਂ ਪੜ੍ਹ ਜਾਓਗੇ, ਡਿਗਰੀਆਂ ਤੁਹਾਡੇ ਕੋਲ ਕੋਈ ਨਹੀਂ ਖੋ ਸਕਦਾ। ਜਿਹੜੇ ਤੁਹਾਡੇ ਜੀਵਨ ਦੇ ਵਿੱਚ ਨੌਲੇਜ ਆ ਜਾਏਗੀ, ਆਪਣੀ ਕੌਮ ਦੇ ਪ੍ਰਤੀ ਪਤਾ ਲੱਗ ਜਾਏਗਾ ਕਿ ਸਾਡੇ ਕਿਹੜੇ ਹੱਕ ਹੈ ਕਿਹੜੇ ਨਹੀਂ ਹੱਕ ਹੈ, ਤੇ ਤੁਹਾਨੂੰ ਇਸ ਦੁਨੀਆ ਦੇ ਕੀ ਪੂਰੇ ਵਰਲਡ ਦੇ ਵਿੱਚ ਕਿ ਤੁਹਾਨੂੰ ਵੀ ਇਹ ਨਹੀਂ ਕਹੇਗਾ ਤੁਸੀਂ ਸ਼ੂਦਰ ਜੇ ਤੁਸੀਂ ਸ਼ੂਦਰ ਜੀ। ਕਿ ਬਾਬਾ ਸਾਹਿਬ ਨੇ ਇਹ ਕਿਹਾ ਸੀ ਕਿ ਤੁਸੀਂ ਚੰਗੇ ਕੱਪੜੇ ਪਾਓ, ਕੋਟ ਪੈਂਟ ਪਾਓ, ਚੰਗੀ ਸੋਚ ਰੱਖੋ। ਇਹ ਨਹੀਂ ਕਿ ਅਸੀਂ ਕਹਿ ਦੇਂਗੇ ਕਿ ਯਾਰ ਅਸੀਂ ਤਾਂ ਯਾਰ ਗਰੀਬ ਆ, ਅਸੀਂ ਤਾਂ ਉਹ ਆ, ਅਸੀਂ ਗਰੀਬ ਨਹੀਂ ਆ। ਗਰੀਬ ਉਹ ਇਨਸਾਨ ਹੈ ਜਿਹੜਾ ਭੁੱਖਾ ਸੌਂਦਾ। ਸਾਡੇ ਘਰਾਂ ਦੇ ਵਿੱਚ ਇਹੋ ਜਿਹੇ ਵੀਰ ਹੈਗੇ ਨੇ ਕਿ ਰਿਸ਼ਤੇਦਾਰ ਆ ਜਾਏ ਨਾ ਤੇ ਮੇਰੇ ਹਿਸਾਬ ਨਾਲ 2 ਦਿਨ ਰਹੇ ਤੇ ਘੱਟ ਤੋਂ ਘੱਟ 1000, 2 ਜਾਂ 3000 ਦਾ ਖਰਚਾ ਵੀ ਹੋ ਜਾਂਦਾ ਹੈ। ਤੇ ਸਾਡੇ ਕੋਲ ਕੀ ਹੁੰਦਾ, ਸਾਡੇ ਕੋਲ ਛੋਟੇ ਛੋਟੇ ਘਰਾਂ ਦੇ ਵਿੱਚ ਹੁੰਦੇ ਵੀ ਯਾਰ ਬੱਚਾ ਕਿੱਥੋਂ ਪੜਾਵਾਂ ਮੈਂ, ਬੱਚਾ ਕਿੱਥੋਂ ਪੜਾਵਾਂ ਮੈਂ, ਫੀਸਾਂ ਪੂਰੀਆਂ ਨਹੀਂ ਹੁੰਦੀਆਂ। ਉਹ ਖਰਚੇ ਘੱਟ ਕਰ ਦਿਓ ਵੀਰ, ਖਰਚੇ ਘੱਟ ਕਰ ਦਿਓ। ਮਿਰਚ ਨਾਲ ਰੋਟੀ ਖਾ ਲਓ, ਕੱਪੜੇ ਪਾਟੇ ਇਹਨੂੰ ਧੋ ਕੇ ਪਾ ਲਓ, ਸੀਕੇ ਪਾ ਲਓ। ਇਹ ਨਹੀਂ ਕਿ ਬ੍ਰੈਂਡ ਹੀ ਪਾਣੇ ਆਪਾਂ, ਬ੍ਰੈਂਡ ਉਦੋਂ ਪਾਓ। ਬਾਬਾ ਸਾਹਿਬ ਨੇ ਬ੍ਰੈਂਡ ਪਾਏ, ਬ੍ਰੈਂਡ ਉਦੋਂ ਪਾਏ ਸੀ ਜਦੋਂ ਪੜ੍ਹ ਲਿਖ ਕੇ ਆਪਣੀ ਕੌਮ ਵਾਸਤੇ ਕੁਝ ਕੀਤਾ ਸੀ। ਬਾਬਾ ਸਾਹਿਬ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਸੀ। ਅਗਰ ਬਾਬਾ ਸਾਹਿਬ ਵੀ ਚਾਹੁੰਦੇ ਨਾ ਤੇ ਅੱਜ ਕੁਛ ਨਾ ਕੁਛ ਬਣ ਕੇ ਬੈਠੇ ਹੁੰਦੇ ਤੇ ਬੱਚੇ ਬੈਠੇ ਤੇ 4 ਬੱਚੇ ਕੁਰਬਾਨ ਕਰਤੇ ਇਸ ਨਲਾਇਕ ਕੌਮ ਵਾਸਤੇ। ਪਰ ਸਾਡੀ ਕੌਮ ਨੇ ਉਹਨਾਂ ਦੇ ਪੂਰਨਿਆਂ ਦੇ ਨਹੀਂ ਚੱਲੇ, ਉਹਨਾਂ ਨੂੰ ਪੜ੍ਹਿਆ ਹੀ ਨਹੀਂ। ਤੇ ਮੈਂ ਤੁਹਾਡੇ ਅੱਗੇ ਇਹੀ ਬੇਨਤੀ ਕਰਦਾ, ਟਾਈਮ ਬਹੁਤ ਘੱਟ ਹੈ ਤੇ ਪ੍ਰਧਾਨ ਜੀ ਨੇ ਵੀ ਕਿਹਾ ਗੱਲਾਂ ਤਾਂ ਬਹੁਤ ਹੈਗੀਆਂ। ਤੇ ਬਾਬਾ ਸਾਹਿਬ ਦਾ ਅੱਜ ਵੀ ਸਟੈਚੂ ਅਮਰੀਕਾ ਦੀ ਯੂਨੀਵਰਸਿਟੀ ਦੇ ਵਿੱਚ ਲੱਗਿਆ ਹੋਇਆ। ਜਦੋਂ ਸਰਵੇ ਹੋਇਆ ਨਾ ਬਾਬਾ ਸਾਹਿਬ ਉੱਥੇ ਪੜ੍ਹੇ ਸੀ ਤੇ ਉਹਨਾਂ ਨੇ ਸਰਵੇ ਕੀਤਾ ਕਿ ਸਭ ਤੋਂ ਵਧੀਆ ਪੜ੍ਹਨ ਵਾਲਾ ਬੱਚਾ ਕੌਣ ਹੈ, ਤੇ ਬਾਬਾ ਸਾਹਿਬ ਦਾ ਨਾਮ ਆਇਆ ਸੀ। ਅਸੀਂ ਉਸ ਕੌਮ ਦੇ ਉਸ ਆਪਣਾ ਪਰਿਵਾਰ ਦੇ ਵਿੱਚੋਂ ਹੈਗੇ ਆ ਬਾਬਾ ਸਾਹਿਬ ਦੇ ਕਿ ਜਿਨ੍ਹਾਂ ਨੇ ਇਸ ਦੇਸ਼ ਵਾਸਤੇ ਸੰਵਿਧਾਨ ਲਿਖਿਆ, ਇੰਨਾ ਕੁਛ ਕੀਤਾ। ਪਰ ਲੇਕਿਨ ਘਰ ਘਰ ਦੇ ਵਿੱਚ ਅੰਬੇਡਕਰ ਹੋਣਾ ਚਾਹੀਦਾ, ਘਰ ਘਰ ਦੇ ਵਿੱਚ ਪੜ੍ਹਾਈ ਹੋਣੀ ਚਾਹੀਦੀ ਹੈ। 3 ਚੀਜ਼ਾਂ ਆਪਣੇ ਘਰ ਦੇ ਵਿੱਚ ਤੁਸੀਂ ਖਤਮ ਕਰ ਦੋਗੇ ਨਾ ਤੇ ਤੁਸੀਂ ਦੁਨੀਆ ਦੇ ਸਭ ਤੋਂ ਵੱਡੇ ਰਾਜੇ ਹੋ। ਅਨਪੜ੍ਹਤਾ, ਨਸ਼ਾਖੋਰੀ ਤੇ ਅੰਧ-ਵਿਸ਼ਵਾਸ ਜਦੋਂ ਖਤਮ ਕਰ ਦੋਗੇ ਤੁਹਾਡੇ ਬੱਚੇ ਵੀ ਪੜ੍ਹਨਗੇ, ਤੁਹਾਡੇ ਘਰ ਵਿੱਚ ਸੇਵਿੰਗ ਨਹੀਂ ਹੋਗੀ। ਆ ਤੁਹਾਡੇ ਸਾਹਮਣੇ ਮੌਜੂਦ ਮੇਰੇ ਵੀਰ ਨੇ ਕਿਹਾ ਸੀ ਕਿ ਤਬਦੀਲੀ ਕੀਤੀ ਆਪਣੇ ਜੀਵਨ ਦੇ ਵਿੱਚ। ਛੁਪਿਆ ਜਾ ਰਿਹਾ ਦਸ਼ਰਥ ਰਾਵਣ ਜੀ ਨੇ ਜਦ ਉਹਨਾਂ ਨੇ ਅਸੀਂ ਪੂਰਨਿਆਂ ਦੇ ਚੱਲੇ ਆ, ਉਹਨਾਂ ਨੂੰ ਸੁਣਿਆ, ਠੀਕ ਹੈ, ਉਹਨੇ ਸਤਸੰਗ ਸੁਣਿਆ ਕਿ ਆਪਣਾ ਜੀਵਨ ਨਾਲ ਤੁਹਾਡੇ ਸਾਹਮਣੇ ਮਿਸਾਲ ਖੜੀ ਹੈ। ਮੈਂ ਬਦਲਿਆ, ਆਪਣੇ ਪਰਿਵਾਰ ਨੂੰ ਵੀ ਬਦਲਿਆ, ਆਪਣੇ ਆਪ ਨੂੰ ਵੀ ਬਦਲਿਆ। ਗੱਲਾਂ ਬੋਲ ਰਹੇ ਵੀਰੋ, ਵੀਰਾਂ ਨੇ ਵੀ ਬੋਲਣਾ। ਜੈ ਭੀਮ, ਜੈ ਭਾਰਤ। ਮੈਂ ਇੱਥੇ ਮੇਰੇ ਛੋਟੇ ਵੀਰ ਗੱਪੂ ਸੋਈ ਜੀ ਪਹੁੰਚੇ ਆ, ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਉਹਨਾਂ ਦਾ। ਔਰ ਮੇਰੇ ਵੱਡੇ ਵੀਰ ਗੋਬਿੰਦ ਰਾਮ ਜੀ ਉਹ ਵੀ ਇੱਥੇ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ ਕਰਦੇ ਆ। ਮੇਰਾ ਛੋਟਾ ਵੀਰ ਮੌਂਟੂ ਗਿੱਲ ਉਹ ਵੀ ਇੱਥੇ ਪਹੁੰਚੇ ਨੇ, ਉਹਨਾਂ ਦਾ ਧੰਨਵਾਦ ਕਰਦੇ ਆ। ਔਰ ਜਿਹੜੇ 24 ਘੰਟੇ ਮੇਰੇ ਨਾਲ ਰਹਿੰਦੇ ਆ ਗਵਾਲ ਟੋਲੀ ਤੋਂ ਬਲਦੇਵ ਜੀ, ਉਹਨਾਂ ਦਾ ਵੀ ਧੰਨਵਾਦ ਕਰਦੇ ਆ। ਔਰ ਖਾਸ ਤੌਰ ਤੇ ਧੰਨਵਾਦ ਕਰਦਾ ਮੈਂ ਆਪਣੇ ਰਾਜਕੁਮਾਰ ਰਾਜੂ ਜੀ ਦਾ, ਜਿਹੜੇ ਰਵਿਦਾਸ ਮੰਦਰ ਤੋਂ ਬਾਬਾ ਸਾਹਿਬ ਦੀ ਗੱਦੀ ਸਜਾ ਕੇ ਲਿਆਏ ਆ, ਉਹਨਾਂ ਦਾ ਵੀ ਧੰਨਵਾਦ ਕਰਦੇ ਆ। ਔਰ ਜਿਹੜੇ ਗਵਾਲ ਟੋਲੀ ਤੋਂ ਬੱਗਾ ਤੇਜੀ ਜੀ ਆਪਣੀ ਪੂਰੀ ਟੀਮ ਦੇ ਨਾਲ ਆਏ ਆ, ਉਹਨਾਂ ਦਾ ਵੀ ਧੰਨਵਾਦ ਕਰਦੇ ਆ। ਝੋਕ ਹਰੀਹਰ ਤੋਂ ਪੂਰੀ ਆਦਰਸ਼ ਦੀ ਟੀਮ, ਚਾਹੇ ਉਹ ਅਸ਼ੋਕ ਜੀ ਹੈ, ਚਾਹੇ ਕੁਲਦੀਪ ਜੀ ਹੈ, ਚਾਹੇ ਸਾਡੀਆਂ ਬੇਟੀਆਂ ਜਿਹੜੇ ਆਏ, ਉਹਨਾਂ ਦਾ ਧੰਨਵਾਦ ਕਰਦੇ ਆ। ਔਰ ਇਸ ਤੋਂ ਇਲਾਵਾ ਵੀ ਜੇ ਮੈਂ ਕਿਸੇ ਦਾ ਨਾਮ ਵੀ ਭੁੱਲ ਜਾਵਾਂ, ਤੁਸੀਂ ਸਾਰੇ ਸਨਮਾਨਜਨਕ ਹੋ। ਤੇ ਮੈਂ ਬੇਨਤੀ ਕਰੂੰਗਾ ਸਾਡੇ ਵੀਰ ਪ੍ਰਧਾਨ ਬੱਗਾ ਜੀ ਨੂੰ ਵੀ ਉਹ ਵੀ ਬਾਬਾ ਸਾਹਿਬ ਜੀ ਤੇ 2 ਸ਼ਬਦ ਕਹਿਣ। ਤੇ ਥੋੜੀ ਦੇਰ ਦੇ ਵਿੱਚ ਸਾਡੇ ਮੁੱਖ ਮਹਿਮਾਨ ਗੌਰਵ ਭਾਸਕਰ ਜੀ ਸਾਡੇ ਵਿੱਚ ਪਹੁੰਚ ਰਹੇ ਆ, ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਹਾਂ। ਮੇਰੇ ਸਤਿਕਾਰਯੋਗ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਮੇਰੇ ਸਾਥੀ, ਮੇਰੀਆਂ ਭੈਣਾਂ ਅਤੇ ਵੱਖ-ਵੱਖ ਪਿੰਡਾਂ ਤੋਂ ਜਿਹੜੇ ਆਗੂ ਸਾਹਿਬਾਨ ਪਹੁੰਚੇ ਹੋਏ ਆ,
ਜਿੰਨੀਆਂ ਵੀ ਜਥੇਬੰਦੀਆਂ ਹੈ ਉਹਨਾਂ ਦਾ ਨਾਮ ਲਈਏ ਤੇ ਟਾਈਮ ਖਤਮ ਹੋ ਜਾਣਾ ਸਤੀ ਤੇਰਾ। ਇਸ ਵਾਸਤੇ ਅਸੀਂ ਰਸਤੇ 'ਚ ਅੱਗੇ ਆ ਇਸ ਵਾਸਤੇ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਭੀਮਰਾਓ ਸਾਹਿਬ ਦਾ ਅੱਜ 152ਵਾਂ ਜਨਮ ਦਿਵਸ ਆ। ਸਾਰੇ ਅਸੀਂ ਇਕੱਠੇ ਹੋਏ ਹਾਂ। ਬਹੁਤ ਮੇਰੇ ਵੀਰਾਂ ਨੇ ਭੈਣਾਂ ਨੇ ਇਸ ਨੂੰ ਵੱਧ ਚੜ੍ਹ ਕੇ ਹਿੱਸਾ ਪਾਉਣ ਦੀ ਕੋਸ਼ਿਸ਼ ਕੀਤੀ ਆ। ਸਾਰਿਆਂ ਨੂੰ ਸਾਡੇ ਵੱਲੋਂ ਤੇ ਸਾਡੀ ਸਮੂਹ ਮਜ਼ਦੂਰ ਵੈਲਫੇਅਰ ਸਭਾ ਵੱਲੋਂ ਲੱਖ ਲੱਖ ਵਧਾਈਆਂ ਹੋਣ। ਸਾਥੀਓ, ਹਰ ਸਾਲ ਅਸੀਂ ਵੱਡੇ ਪ੍ਰੋਗਰਾਮ ਕਰਾਉਂਦੇ ਹਾਂ। ਸਾਰੇ ਹੀ ਆਗੂ ਬੋਲ ਕੇ ਜਾਂਦੇ ਆ। ਬਾਬਾ ਸਾਹਿਬ ਡਾਕਟਰ ਅੰਬੇਡਕਰ ਭੀਮਰਾਓ ਸਾਹਿਬ ਨੇ ਸਾਡੇ ਲਈ ਬਹੁਤ ਕੁਰਬਾਨੀਆਂ ਦਿੱਤੀਆਂ। ਆਪਣਾ ਪਰਿਵਾਰ ਵੀ ਸਾਡੇ ਲੋਕਾਂ ਤੋਂ ਵਾਰ ਦਿੱਤਾ ਔਰ ਬਹੁਤ ਵੱਡੀ ਲੜਾਈ ਕੀਤੀ। ਔਰ ਲੜਾਈ ਜਿਹੜੀ ਆ ਕਲਮ ਦੀ ਲੜਾਈ ਕੀਤੀ ਆ, ਨਾ ਕਿਤੇ ਇਹੋ ਜਿਹੀ ਲੜਾਈ ਕੀਤੀ ਕਿ ਜਿਸ ਦੀ ਸਰਕਾਰ ਜਲਸ ਕਰੇ। ਬਹੁਤ ਸਾਡੇ ਹੱਕਾਂ ਲਈ ਲੈ ਕੇ ਗਏ ਸਾਥੀਓ। ਸਾਡੇ ਹੱਕਾਂ ਲਈ ਉਹ ਲੈ ਗਏ। ਉਹਨਾਂ ਨੇ ਜੋ ਕਰਨਾ ਸੀ ਉਹ ਕਰ ਦਿੱਤਾ। ਉਹ ਹੁਣ ਐਸ ਦੁਨੀਆ ਤੇ ਨਹੀਂ ਰਹੇ, ਲੇਕਿਨ ਉਹਨਾਂ ਦਾ ਨਾਮ ਸਾਡੇ ਲਈ ਰੋਸ਼ਨੀ ਬਣ ਕੇ ਚਮਕਦਾ। ਪਰ ਅਸੀਂ ਕੀ ਕਰਦੇ ਹਾਂ? ਗੱਲ ਇੱਥੇ ਆ ਕੇ ਆਪਾਂ ਨੂੰ ਸੋਚਣੀ ਚਾਹੀਦੀ ਹੈ। ਸਾਡੇ ਲਈ ਹੱਕ ਬਹੁਤ ਵੱਡੇ ਵੱਡੇ ਲਿਖੇ, ਬਹੁਤ ਕਾਨੂੰਨ ਲਿਖੇ ਆ, ਪਰ ਉਹ ਲਿਖੇ ਹੋਏ ਸਰਕਾਰ ਦੀਆਂ ਲੰਬਾਰੀਆਂ ਦੇ ਵਿੱਚ ਹੀ ਰੁਲਦੇ ਪਏ ਆ। ਸਰਕਾਰਾਂ ਨੇ ਉਹਨਾਂ ਨੂੰ ਨੱਪ ਕੇ ਰੱਖਿਆ। ਜੇਕਰ ਤੁਸੀਂ ਉਹਨਾਂ ਦੇ ਪੂਰਨਿਆਂ ਤੇ, ਉਹਨਾਂ ਦੀ ਸੋਚ ਤੇ, ਉਹਨਾਂ ਦੇ ਵਿਚਾਰਾਂ ਤੇ ਚੱਲੋ ਤਾਂ ਉਹਨਾਂ ਨੂੰ ਲਾਗੂ ਕਰਵਾ ਲਓ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਸਾਡਾ ਸਮਾਜ ਦਾ ਗਰੀਬ ਬੰਦਾ ਰਹਿ ਸਕਦਾ। ਸਾਰੇ ਦੇ ਸਾਰੇ ਹੀ ਜਿਹੜੇ ਹੈਗੇ ਆ ਬਰਾਬਰ ਦੇ ਹੋਣਗੇ। ਔਰ ਉਹਨਾਂ ਦੀ ਸੋਚ ਸੀ, ਵਿਚਾਰ ਸੀ ਤੇ ਲਿਖਿਆ ਹੋਇਆ ਕਿ ਮਾਨ ਸਨਮਾਨ ਸਾਰਿਆਂ ਨੂੰ ਬਰਾਬਰ ਦਾ ਦੇਣਾ। ਭਾਵੇਂ ਕੋਈ ਸੜਕ ਤੇ ਮੰਗਣ ਵਾਲਾ ਬੈਠਾ, ਉਹਦਾ ਵੀ ਬਰਾਬਰ ਦਾ ਮਾਨ ਸਨਮਾਨ ਸੀਗਾ। ਕੋਈ ਹਵਾਈ ਜਹਾਜ਼ ਤੇ ਘੁੰਮ ਰਿਹਾ, ਉਹਦਾ ਵੀ ਬਰਾਬਰ ਦਾ ਮਾਨ ਸਨਮਾਨ ਸੀਗਾ। ਮਾਨ ਸਨਮਾਨ ਤੁਹਾਡਾ ਲਿਖਤੀ ਇਤਿਹਾਸ, ਤੁਹਾਡਾ ਲਿਖਤੀ ਹੱਕ ਤੁਹਾਡੇ ਲਿਖਤੀ ਪਏ ਆ, ਪਰ ਉਹਨਾਂ ਨੂੰ ਲਾਗੂ ਕਰਵਾਉਣ ਲਈ ਅਸੀਂ ਨਿਕੰਮੇ ਲੋਕ ਸੋਚਦੇ ਨਹੀਂ ਹਾਂ। ਜਿਹੜੇ ਲੋਕ ਬੈਨੀਫਿਟ ਲੈ ਰਹੇ ਨੇ ਉਹਨਾਂ ਨੂੰ ਪਤਾ ਸੀਗਾ ਉਹ ਨੌਕਰੀਆਂ ਤੇ ਬੈਠੇ ਆ। ਉਹਨਾਂ ਨੂੰ ਇਹ ਸੰਵਿਧਾਨ ਤੋਂ ਸਮੈਲ ਆ ਰਹੀ ਆ, ਉਹਨਾਂ ਨੂੰ ਇਹ ਸੰਵਿਧਾਨ ਤੋਂ ਮੁਸ਼ਕ ਆ ਰਿਹਾ। ਉਹ ਸਾਡੇ ਤੇ ਸਾਡੇ ਸੰਵਿਧਾਨ ਦੀ ਕਿਤੇ ਨਹੀਂ ਗੱਲ ਕਰਦੇ। ਇਹ ਬੜੇ ਦੁੱਖ ਦੀ ਗੱਲ ਆ ਸਾਥੀਓ। ਆਉਣ ਵਾਲੇ ਜਿਹੜੇ ਸਾਡੇ ਪਰਿਵਾਰ ਨੇ ਉਹਨਾਂ ਨੂੰ ਪੜ੍ਹਾਉਣਾ ਲਿਖਾਉਣਾ ਇਹ ਤਾਂ ਸਾਰੇ ਕਹਿੰਦੇ ਆ, ਸੰਘਰਸ਼ ਕਰਨਾ ਇਹ ਵੀ ਸਾਰੇ ਕਹਿੰਦੇ ਆ। ਅਤੇ ਜਿਹੜੇ ਸਾਡੇ ਹੱਕ ਨੇ ਲੰਬਾਰੀਆਂ 'ਚ ਬਹਿ ਹੋਏ ਸਰਕਾਰ ਦੀਆਂ 'ਚ, ਉਹਨਾਂ ਨੂੰ ਲਾਗੂ ਕਰਾਉਣ ਲਈ ਉਹ ਬੜੇ ਘੱਟ ਗਿਣਤੀ ਦੇ ਲੋਕ ਕਹਿੰਦੇ ਆ। ਸਾਰੀਆਂ ਸਮਾਜਿਕ ਜਥੇਬੰਦੀਆਂ ਕੰਮ ਕਰ ਰਹੀਆਂ। ਜਿਹੜੇ ਸਾਡੇ ਧਾਰਮਿਕ ਸਮਾਜ ਨੂੰ ਲੈ ਕੇ ਸਾਡੇ ਪ੍ਰਚਾਰਕ ਚੱਲਦੇ ਨੇ ਗੁਰਦੁਆਰਿਆਂ 'ਚ, ਮੰਦਰ 'ਚ, ਚਾਹੇ ਕਿਸੇ ਗਿਰਜੇ 'ਚ, ਉਹਨਾਂ ਨੂੰ ਬੇਨਤੀ ਆ ਕਿ ਉਹ ਠੀਕ ਹੈ ਤੁਹਾਡੇ ਨਾਲ ਜੁੜੇ ਹੋ, ਤੁਸੀਂ ਸਾਡੇ ਸਰੀਰ ਹੱਕ ਨੇ ਜਿਹੜੇ ਸਾਡੇ ਸਰੀਰ ਦੀਆਂ ਮੁਸ਼ਕਲਾਂ ਔਰ ਜਿੰਨੀਆਂ ਵੀ ਸਾਡੀਆਂ ਹੈਗੀਆਂ ਸੁਖ ਸ਼ਾਂਤੀ ਦੀਆਂ ਤੁਸੀਂ ਪ੍ਰਚਾਰ ਤਾਂ ਕਰ ਰਹੇ ਹੋ, ਲੇਕਿਨ ਉਹ ਜਿਹੜੇ ਲੋਕ ਸਾਡੇ ਜੁੜੇ ਹੋਏ ਸਾਡੇ ਨਾਲ, ਉਹਨਾਂ ਨੂੰ ਤਿੰਨ ਗੱਲਾਂ ਹੋਰ ਬਹੁਤ ਜ਼ਿਆਦਾ ਜ਼ਰੂਰੀ ਆ। ਉਹ ਕਿਹੜੀਆਂ? ਕਿ ਸਾਡੇ ਪੇਟ 'ਚ ਰੋਟੀ ਹੋਏਗੀ ਤਾਂ ਸਾਡੇ ਲੋਕ ਤਾਂ ਚੱਲ ਸਕਣਗੇ, ਤਨ ਤੇ ਕੱਪੜਾ ਹੋਏਗਾ ਤਾਂ ਲੋਕ ਚੱਲ ਸਕਣਗੇ, ਜੇਬ 'ਚ ਕਿਰਾਇਆ ਹੋਏਗਾ ਤਾਂ ਸਾਡੇ ਨਾਲ ਜੁੜ ਸਕਣਗੇ। ਅਸੀਂ ਹਰ ਇੱਕ ਧਾਰਮਿਕ ਸੰਤਾਂ, ਧਾਰਮਿਕ ਪ੍ਰਚਾਰਕ ਨੂੰ ਬੇਨਤੀ ਕੀਤੀ ਕਿ ਜਿਹੜੇ ਤੁਹਾਡੇ ਨਾਲ ਲੋਕ ਜੁੜੇ ਹੋਏ ਆ ਕਿ ਉਹਨਾਂ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਭੀਮਰਾਓ ਸਾਹਿਬ ਦੀ ਵਿਚਾਰਧਾਰਾ ਦੇ ਨਾਲ, ਉਹਨਾਂ ਦੀ ਸੋਚ ਦੇ ਨਾਲ, ਉਹਨਾਂ ਦੇ ਦਿੱਤੇ ਹੋਏ ਦੇਸ਼ ਦੇ ਨਾਲ ਜੋੜੀਏ, ਇਕੱਠੇ ਕਰੀਏ ਤੇ ਇਕੱਠੇ ਕਰਕੇ ਆਪਣਾ ਸੰਵਿਧਾਨ, ਆਪਣੇ ਹੱਕ ਜਿਹੜੇ ਹੈਗੇ ਆ ਉਹ ਲਾਗੂ ਕਰਵਾਈਏ। ਤੇ ਜੋ ਬਾਬਾ ਸਾਹਿਬ ਨੇ ਸਾਨੂੰ ਮੰਜ਼ਿਲ ਦਿੱਤੀ ਆ ਉਸ ਮੰਜ਼ਿਲ ਵੱਲੇ ਅਸੀਂ ਹਾਸਲ ਪ੍ਰਾਪਤ ਕਰੀਏ। ਜੈ ਭੀਮ, ਜੈ ਭਾਰਤ, ਸਤਿ ਸ਼੍ਰੀ ਅਕਾਲ, ਨਮਸਕਾਰ। ਹੁਣ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਮੁੱਖ ਮਹਿਮਾਨ ਗੌਰਵ ਭਾਸਕਰ ਜੀ, ਉਹਨਾਂ ਦੇ ਇੱਥੇ ਪਹੁੰਚਣ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਦੂਸਰਾ, ਤੁਹਾਨੂੰ ਇਹ ਖੁਸ਼ਖਬਰੀ ਦੇ ਦਿਆਂ
ਗੌਰਵ ਭਾਸਕਰ ਜੀ ਵਿਵੇਕਾਨੰਦ ਸਕੂਲ ਦੇ ਮਾਲਕ ਨੇ ਔਰ ਤੁਹਾਡੀ ਸਾਰਿਆਂ ਦੀ ਮਿਹਨਤ ਦੇ ਨਾਲ ਅਸੀਂ ਗੌਰਵ ਭਾਸਕਰ ਜੀ ਨੂੰ ਇੱਕ ਪ੍ਰਾਰਥਨਾ ਕੀਤੀ ਸੀਗੀ, ਇੱਕ ਪ੍ਰਾਰਥਨਾ ਕੀਤੀ ਸੀਗੀ ਕਿ ਸਕੂਲਾਂ ਦੇ ਵਿੱਚ ਸਾਰੇ ਫੈਸਟੀਵਲ ਮਨਾਏ ਜਾਂਦੇ ਆ, ਪਰ ਲੇਕਿਨ ਜਿੰਨੇ ਦੇਸ਼ ਦਾ ਸੰਵਿਧਾਨ ਲਿਖਿਆ ਤੇ ਜਿੰਨੇ ਦੁਨੀਆ ਦੀ ਸਭ ਤੋਂ ਔਖੀ ਪੜ੍ਹਾਈ ਯੂਨੀਵਰਸਿਟੀ ਦੀ ਹੈ ਡਾਕਟਰ ਆਫ ਸਾਇੰਸ ਦੀ, ਦੁਨੀਆ ਦੀ ਔਖੀ ਪੜ੍ਹਾਈ ਤੇ ਬਾਬਾ ਸਾਹਿਬ ਨੇ ਕੀਤੀ ਹੈ। ਭਾਰਤ ਦੇ ਦੋ ਹੀ ਵਿਅਕਤੀ ਹੋਏ ਨੇ, ਨਾਰਾਇਣ ਸਾਹਿਬ ਔਰ ਡਾਕਟਰ B.R. ਅੰਬੇਦਕਰ। ਔਰ ਖੁਸ਼ੀ ਇਸ ਗੱਲ ਦੀ ਹੈ ਕਿ ਦੋਨੋਂ ਸਾਡੇ ਪਰਿਵਾਰ ਚੋਂ ਨੇ। ਬਾਬਾ ਸਾਹਿਬ ਵੀ, ਅਸੀਂ ਵੀ ਉਹਨਾਂ ਦੇ ਪਰਿਵਾਰ ਚੋਂ ਹੈ ਤੇ ਨਾਰਾਇਣ ਸਾਹਿਬ ਜਿਹੜੇ ਰਾਸ਼ਟਰਪਤੀ ਰਹੇ ਨੇ ਸਾਡੇ, ਅਸੀਂ ਵੀ ਉਹਨਾਂ ਦੇ ਪਰਿਵਾਰ ਚੋਂ ਹੈ ਤੇ ਸਾਡੇ ਲਈ ਫਖਰ ਦੀ ਗੱਲ ਹੈ। ਬੇਨਤੀ ਕੀਤੀ ਸੀ ਭਾਸਕਰ ਸਾਹਿਬ ਨੂੰ ਤੇ ਉਹਨਾਂ ਨੇ ਤੁਹਾਡੀ ਬੇਨਤੀ ਜਿਹੜੀ ਆ ਸਵੀਕਾਰ ਕਰ ਲਈ ਹੈ ਕਿ ਇਹਨਾਂ ਦੇ ਸਕੂਲ 'ਚ ਨਾਰਾਇਣ ਸਾਹਿਬ ਦੇ ਤੇ ਬਾਬਾ ਸਾਹਿਬ ਦੇ ਸਟੈਚੂ ਲੱਗ ਜਾਣ। ਹੁਣ ਮੈਂ ਬੇਨਤੀ ਕਰੂੰਗਾ ਆਪਣੇ ਵੱਡੇ ਵੀਰ ਰਮੇਸ਼ ਅਡਵਾਲ ਜੀ ਨੂੰ, ਇਹਨਾਂ ਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ। ਇਹ ਆਦਿ ਧਰਮ ਸਮਾਜ ਰਾਵਣ ਸਾਹਿਬ ਦੇ ਸਿਪਾਹੀ ਨੇ, 5 ਪੜ੍ਹੇ ਹੋਏ ਨੇ ਔਰ ਤੁਸੀਂ ਜਿੰਨੇ ਵੀ ਭਜਨ ਸੁਣਦੇ ਹੋ ਵਾਲਮੀਕੀ ਮਹਾਰਾਜ ਦੇ ਬਾਬਾ ਸਾਹਿਬ ਦੇ, ਉਹ ਇਹਨਾਂ ਦੇ ਲਿਖੇ ਹੋਏ ਨੇ, 5 ਪੜ੍ਹੇ ਨੇ, ਇਹਨਾਂ ਦੇ ਲਿਖੇ ਹੋਏ ਆ ਤੇ ਦੁਨੀਆ ਦਾ ਕੋਈ ਵੀ ਵਿਅਕਤੀ ਧਰਮ ਦੇ ਉੱਤੇ ਇਹਨਾਂ ਦੇ ਨਾਲ ਗੱਲ ਨਹੀਂ ਕਰ ਸਕਦਾ। ਔਰ ਅੱਜ ਦੇ ਇਹ ਮੌਜੂਦਾ MC ਵੀ ਨੇ ਔਰ ਇਹਨਾਂ ਦਾ ਜੀਵਨ ਵੀ ਜਿਹੜਾ ਆ ਬਿਲਡਿੰਗਾਂ ਨੂੰ ਰੰਗ ਪੇਂਟ ਕਰਕੇ ਇੱਥੇ ਤੱਕ ਪਹੁੰਚੇ ਨੇ। ਤੇ ਮੈਂ ਬੇਨਤੀ ਕਰੂੰਗਾ ਆਪਣੇ ਵੱਡੇ ਵੀਰ ਰਮੇਸ਼ ਅਡਵਾਲ ਜੀ, जो बोले सुवर्ण भय सृष्टिकर्ता वाल्मीकि दयावान की जय। अज साडे इत्थे भास्कर साहब जी आए ने और इन्हां नाल साडा ज़्यादा तालमेल नहीं हो सकिया और इन्हां दे पिता की बुक मैं पढ़ी सीगी मोहन भास्कर जी की और उनदे विच एक गल लिखी सीगी कि वो बहुत अच्छे शायर सीगे और मैं उन्हां दा सत्कार इस करके करदा भी बहुत अच्छे शायर सी और इस करके करते भी देश भगत सीगे। एक बार वो स्टेज पे कुछ कह रहे सीगे, कोई अच्छा लाइन बोली और किसी बंदे ने उन्होंने कहा कि जे तुसी बोलना जानते जे कि करना भी जानते जे, और उन्होंने करके विखाया और देश की आज़ादी में बहुत बड़ा योगदान है और उन्होंने उसे दे पद चिन्ह ते चलते हुए अपने माँ बाप की गल नूं मुख रखदे होया उस महान शख्सियत बाबा साहब अंबेडकर जी का स्टैचू अपने स्कूल दे विच लगा के और पूरे समाज का मान वधाया और अपने बाप का भी मान वधाया। देखो बाबा साहब साडे वीर कह रहे सीगे कि किसी देश दे विच बाबा साहब का स्टैचू लग्या, मेरे अकॉर्डिंग 3 देशों को छड्ड के बाकी पूरी दुनिया में बाबा साहब के स्टैचू मिल जाएंगे। 3 देशों को छड्ड के जिथे बहुत क्रूर संविधान है कानून है, उन्होंने देशों को छड्ड के बाकी सारे देशों में बाबा साहब का स्टैचू मिल जाता है। और बाबा साहब ने असी सोचिए कि साडे लिए लड़ाई लड़ी, बाबा साहब ने सारी दुनिया की लड़ाई लड़ी, सारी दुनिया की। बाबा साहब कानून मंत्री कांग्रेस राजकाल में होए सीगे, पर जे कांग्रेस ने किसी भी नुमाइंदे की गल इन्नी भी माड़ी लगती सी ते फट उसका जवाब देंदे सी, वो चाहे महात्मा गांधी होन चाहे जवाहरलाल नेहरू होन कोई भी होन। और बाबा साहब अंबेडकर ने साडी लड़ाई लड़ी, सारे दलित समाज की, कल्ले सफाई मजदूरों की लड़ाई लड़ी और औरतों की लड़ाई लड़ी। और बहुत लोगों को बहुत घट पता होना है कि ब्राह्मणों की लड़ाई लड़ी, ब्राह्मणों की भी लड़ाई लड़ी। और क्योंकि पहला जो पंडित सीगा वो सिर्फ मनीमी का काम कर सकता सी, मनीमी का लिखण का काम। और बाबा साहब अंबेडकर ने कहा
कि राजा बनदा ऑफिसर बनदा हर एक बंदे नूं काम मतलब कि अधिकार है। और बाबा साहब ने जो संविधान लिखा उसके अकॉर्डिंग पंडित जवाहरलाल नेहरू प्रधानमंत्री बने और बाबा साहब ने जो हिंदू कोड बिल पास कराया सी उससे फायदा जो होया पंडित जवाहरलाल नेहरू के परिवार नूं होया। पहली प्रधानमंत्री महिला इंदिरा गांधी हुई। तो जे बाबा साहब औरत का अधिकार की लड़ाई ना लड़ते, हिंदू कोड बिल पास ना होंदा तो शायद इंदिरा गांधी प्रधानमंत्री ना बन सकती। और मैं बाबा साहब की तारीफ करा, मेरे को शब्द नहीं है। और एक कविता बाबा साहब ने मैं लिखी सी, वो बोलांगा। रोते होठों पर हंसी लाना अंबेडकर जानता था, ठोकरों भरे पत्थर को माहता बनाना अंबेडकर जानता था, बहते पानी से लहरें उठाना और भी जानते हैं, मगर रुके पानी में सैलाब लाना अंबेडकर जानता था। रोते होठों पर हंसी लाना अंबेडकर जानता था। वो चलता था तो काफले थम जाते थे, उसके मिलते ही दुखियों के गम जाते थे। जरखेज जमीन पर फसलें उगाने का चलन तो सदियों से है, मगर पत्थर पे फूल उगाना अंबेडकर जानता था। रोते होठों पर हंसी लाना अंबेडकर जानता था। वो उजालों का ईंधन है, जमाना कहता था, उजालों का सार उसकी जेब में रहता था। बंद कमरों में शम्मा जलाकर खुद को परवाना कहने वालों, आंधियों में दीप जलाना अंबेडकर जानता था। वह जिद्दी था, बहादुर था, कहां किसी की मानता था। वह जिद्दी था, बहादुर था, कहां किसी की मानता था। अंबेडकर दुश्मन की रग रग पहचानता था। काफलों के संग मशाले उठाकर आजादी पाना आशा है अटवाल। काफलों के संग मशाले उठाकर आजादी पाना आशा है अटवाल, मगर अकेले ही इनकलाब लाना अंबेडकर जानता था। रोते होठों पर हंसी लाना अंबेडकर जानता था। और लास्ट पे दो लेना, मैं उनके किरदार की तारीफ करूं तो उनके किरदार की तौहीन होगी। मैं उनके किरदार की तारीफ करूं तो उनके किरदार की तौहीन होगी। मेरी तारीफ में वो बात ही नहीं जो उनके किरदार में थी। जय वाहिगुरू। ਹੁਣ मैं बेनती करूँगा विनोद सोई जी को, वो भी अपना 2 मिनट का समय देना। ਅੱਜ ਸਾਡੇ ਲਈ ਇੱਕ ਬਹੁਤ ਮਹਾਨ ਦਿਨ ਹੈ ਕਿ ਅਸੀਂ ਡਾਕਟਰ ਅੰਬੇਦਕਰ ਜੀ ਦੀ ਜਯੰਤੀ ਮਨਾ ਰਹੇ ਹਾਂ। ਇਹਨਾਂ ਤੋਂ ਵਿਦਵਾਨ ਇਨਸਾਨ ਨਾ ਅੱਜ ਤੱਕ ਹੋਇਆ ਹੈ ਔਰ ਨਾ ਹੀ ਮੇਰੇ ਖਿਆਲ ਦੇ ਵਿੱਚ ਆਉਣ ਵਾਲੇ ਯੁੱਗਾਂ ਦੇ ਵਿੱਚ ਐਡੇ ਮਹਾਨ ਕੋਈ ਹੋਏਗਾ। ਸੰਵਿਧਾਨ ਜੋ ਲਿਖਿਆ 49 ਦੇ ਵਿੱਚ, ਨਵੰਬਰ 49 ਦੇ ਵਿੱਚ ਲਿਖਿਆ ਸੀ, ਜੋ ਕਿ ਸਾਡੀ ਸਰਕਾਰ ਨੇ 26 ਜਨਵਰੀ 1950 ਨੂੰ ਲਾਗੂ ਕੀਤਾ ਔਰ ਹਮੇਸ਼ਾ ਉਸ ਤੋਂ ਬਾਅਦ 26 ਜਨਵਰੀ ਮਨਾਈ ਜਾਂਦੀ ਹੈ ਸੰਵਿਧਾਨ ਦਿਵਸ ਦੇ ਤੌਰ ਤੇ। ਸੰਵਿਧਾਨ ਦੇ ਵਿੱਚ ਉਹਨਾਂ ਨੇ ਕਿਸੇ ਢੰਗ ਕੋਈ ਵਿਤਕਰਾ ਨਹੀਂ ਕੀਤਾ, ਹਰ ਜਾਤ ਹਰ ਪਾਤ। ਉਹ ਦੇਖੋ ਉਹਨਾਂ ਦੀ ਸੋਚ ਕਿ ਅੱਜ 72 ਸਾਲ ਹੋ ਗਏ ਨੇ ਸੰਵਿਧਾਨ ਨੂੰ ਲਿਖੇ ਹੋਏ ਔਰ ਉਹੀ ਗੱਲਾਂ ਜਿਹੜੀਆਂ ਕਿ ਆਉਣੀਆਂ ਸੀਗੀਆਂ 72 ਸਾਲ ਬਾਅਦ, ਉਹ ਸਾਰੀਆਂ ਸੰਵਿਧਾਨ ਦੇ ਵਿੱਚ ਦਿੱਤੀਆਂ ਗਈਆਂ। ਸਾਡੀ ਸੋਚ ਉੱਥੋਂ ਤੱਕ ਨਹੀਂ ਜਾ ਸਕਦੀ ਜਿੱਥੋਂ ਤੱਕ ਉਹਨਾਂ ਨੇ ਕਲਮ ਚਲਾਈ ਹੈ। ਇੰਨੀ ਪੜ੍ਹਾਈ ਪੜ੍ਹ ਕੇ ਛੋਟੇ ਪਰਿਵਾਰ ਤੋਂ ਹੋ ਕੇ ਨੋਰਮਲ ਫੈਮਿਲੀ ਤੋਂ ਸੀਗੇ ਔਰ ਕੈਂਬਰਿਜ ਦੇ ਜਾ ਕੇ ਲੰਡਨ ਦੇ ਵਿੱਚ ਉਹਨਾਂ ਨੇ ਪੜ੍ਹਾਈਆਂ ਕੀਤੀਆਂ। ਕਿੰਨੀ ਪੜ੍ਹਾਈ ਕੀਤੀ ਅਸੀਂ ਸੋਚ ਵੀ ਨਹੀਂ ਸਕਦੇ, ਕਿੰਨੀਆਂ ਐਮਏ ਕੀਤੀਆਂ ਮੇਰਾ ਖਿਆਲ ਸਾਰਿਆਂ ਨੂੰ ਪਤਾ ਵੀ ਨਹੀਂ ਹੋਏਗਾ। ਲੇਕਿਨ ਇੰਨੀ ਨਿਰਭਰਤਾ ਔਰ ਇੰਨਾ ਪਿਆਰ ਉਹਨਾਂ ਦੇ ਵਿੱਚ ਸੀਗਾ। ਹਰ ਕੌਮ ਨੂੰ ਉਹਨਾਂ ਨੇ ਉੱਤੇ ਚੱਕਣ ਲਈ ਔਰ ਹਰ ਕੌਮ ਦੇ ਵਾਸਤੇ ਉਹਨਾਂ ਨੇ ਲੜਾਈ ਲੜੀ। ਜਿਵੇਂ ਹੁਣੇ ਮੇਰੇ ਵੀਰ ਦੱਸ ਰਹੇ ਸੀਗੇ, ਪੰਡਤਾਂ ਵਾਸਤੇ ਵੀ ਉਹਨਾਂ ਨੇ ਲੜਾਈ ਲੜੀ। ਕੋਈ ਕੌਮ ਇਹੋ ਜਿਹੀ ਨਹੀਂ ਹੈ, ਪੂਰਾ ਵਰਲਡ ਜਿਹੜਾ ਉਹਨਾਂ ਦਾ ਨਾਮ
बड़े मान नाल लैंदा है। इन्हां दी शान दे विच कुछ भी कहना साडे लिए बड़े छोटे अल्फाज होणगे। एडे महान व्यक्ति नूं असीं अज अपने श्रद्धा दे सुमन भेंट करदे आ। और मैं ये जरूर कहांगा कि जिंदगी लंबी नहीं होनी चाहिए, इन्हां तरह महान होनी चाहिए। मेरी बेनती है कि अपना टाइम 10 बजे का सीगा इतों निकलन का, पर 11 बज गए हैं, सारे धुप ज़्यादा तेज हो जा रही है। तो किसी को कोई इतराज़ ना हो, कोई कहे जी मैं बोलने तो रह गया, तो नहीं तो मैं मुख्य मेहमान जो साढ़े आए ने भास्कर साहब उन्होंने बुलाई। बेनती करते हैं भास्कर साहब जी अंदर ही आए सारे भी वो आ, तो सारे बेनती जो दरवाजे खड़े ने सारे पीछे पीछे आ जाए। बहुत शुक्रिया। मैनू ये नहीं पता सीगा कि मैनू अज इन्ना मान सत्कार मिलेगा इस जगह के उत्तर आके। मैं बहुत दिमाना जा आदमी है। परिवार की जी इतिहास है एक बड़ी किताब है कि कितना परिवार ने संघर्ष किया, लेकिन इस शहर में मेरी माँ ने मैंने हमेशा ही गल समझाई है कि बेटा आप इस शहर का हमेशा नहीं रहना है, सबने शहर में बहुत कुछ होता है। हिंदुस्तान के उस महान सपूत के 132वें जन्म दिहाड़े के उत्ते तुम सबको बहुत बहुत बधाई होगी। किसी शायर ने लिखा है कि ये खामोश मिजाजी तुम्हें जीने नहीं देगी, ये खामोश मिजाजी तुम्हें जीने नहीं देगी। इस दौर में जीना है तो कोहराम मचा, लेकिन वो कोहराम आपकी काबिलियत का होना चाहिए, वो कोहराम आपका इंसानियत होना चाहिए। इसकी जो जिंदा जागता मिसाल है वो बाबा साहब है, 9 भाषाओं के ज्ञाता। और इस हिंदुस्तान को एक सेक्युलर हिंदुस्तान बनाने में सबसे अहम रोल देने वाले उस महान शख्सियत को शब्दों में हम सलामी दे सके, ये पॉसिबल नहीं है। उनको सलामी यही होगी कि जब उन्होंने हमें संविधान में मौलिक अधिकारों की बात की है तो उन्होंने हमसे मौलिक कर्तव्यों की बात भी की है। जब हम मौलिक कर्तव्यों की बात करेंगे, अगर उनका पालन करेंगे तो ये हमारी सबसे बड़ी उन्हें शांति होगी, क्योंकि आपके मौलिक मेरे मौलिक अधिकार आपके मौलिक कर्तव्य हैं। बिल गेट्स इस वक्त इस दुनिया के सबसे अमीर आदमी हैं। उन्होंने अपनी आत्मकथा में लिखा है, गरीब पैदा होना कोई गुनाह नहीं है, लेकिन गरीब मर जाना सबसे बड़ा गुनाह। प्रभु ने कोई भी ऐसा व्यक्ति पैदा नहीं किया जिसमें कुछ ना कुछ अच्छा ना हो। सिर्फ कोशिश ये होनी चाहिए कि उस हुनर को पहचानिए, निखारिए और दुनिया में अपनी सफलता का परचम लहराइए। मानव मंदिर स्कूल का सफर शुरू करते करते जब हम विवेकानंद वर्ल्ड स्कूल में पहुंचे तो मुझे किसी ने कहा कि आपने बहुत महंगा स्कूल बनाया है। मैं को बोला था कि फैसिलिटीज देने के लिए इंफ्रास्ट्रक्चर खड़ा करना पड़ता है, लेकिन ये परिवार नहीं है। हमारे बड़े भाई वरिंदर सिंगला जी और सुनील मित्तल जी गंदी की रहनुमाई में चल रहा विवेकानंद वर्ल्ड स्कूल का सपना यही है कि फिरोजपुर में कोई भी बच्चा, कोई भी परिवार ऐसा है जिसमें कोई टैलेंट है तो उसको विवेकानंद वर्ल्ड स्कूल जरूर अपना मंच प्रदान करेगा। तो आज इस मंच से देखिए, बाबा साहब के स्टैचू, बाबा साहब की सोच हर जगह होनी चाहिए, लेकिन मैं थोड़ा एक्शन में बिलीव करता हूँ। तो आज आपसे मैं ये आग्रह करूँगा कि साल में एक बच्चा आपकी संगठन के द्वारा जो भी आप हमें रिकमेंड करेंगे विवेकानंद वर्ल्ड स्कूल में, उसको 100% फ्री एजुकेशन दी जाएगी। तो समय की नज़ाकत और इस माहौल को देखते हुए मैं दोबारा श्रद्धा सुमन अर्पण करता हूँ उस महान आत्मा को जिन्होंने हमें आज़ादी में सांस लेने का और जीने का एक मौका दिया है। बहुत बहुत धन्यवाद। हेलो, एक बार फिर आप अंदर में तो जय वाल्मीकि जय भीम जय भारत। देखो अज का दिन थोड़े लिए कितना खुशियां वाला जी। भास्कर साहब ने गल कही है कि एक बच्चा जो मर्जी दे दो वो बिल्कुल फ्री पढ़ावांगे वाल्मीकि समाज।
ਔਰ ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਗੱਲ ਇਹ ਕਹਿਣਾ ਚਾਹੁੰਦਾ ਨਾਲ, ਵਾਲਮੀਕੀ ਸਮਾਜ ਦਾ ਬੱਚਾ ਕੋਈ ਵੀ ਹੋਵੇ ਇੰਟੈਲੀਜੈਂਟ, ਜ਼ਰੂਰੀ ਨਹੀਂ ਕਿ ਉਹ ਸਾਡੀ ਆਦਤ ਦੀ ਟੀਮ ਦਾ ਹੋਵੇ। ਕੱਲ੍ਹ ਨੂੰ ਤੁਸੀਂ ਕਹੋ ਜੀ ਭਾਸਕਰ ਸਾਹਿਬ ਦੇ ਨੇੜੇ ਸੀ ਤੇ ਆਪਣੇ ਬੱਚਾ ਉੱਥੇ ਐਡਮਿਸ਼ਨ ਕਰਵਾ ਦਿਓ। ਬੱਚਾ ਇੰਟੈਲੀਜੈਂਟ ਹੋਵੇ, ਵਾਲਮੀਕੀ ਸਮਾਜ ਚੋਂ ਬੱਚਾ ਹੋਵੇ। ਅਸੀਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਉਸ ਬੱਚੇ ਦੀ ਐਡਮਿਸ਼ਨ ਸਭ ਤੋਂ ਪਹਿਲਾਂ ਉਹਦੀ ਕਰਾਵਾਂਗੇ, ਚਾਹੇ ਉਹ ਕਿਸੇ ਵੀ ਸੰਗਠਨ ਦਾ ਹੋਵੇ। ਜ਼ਰੂਰੀ ਨਹੀਂ ਆਦਤ ਕਿਸੇ ਵੀ ਸੰਗਠਨ ਦਾ ਬੰਦਾ ਹੋਵੇ, ਬੱਚਾ ਇੰਟੈਲੀਜੈਂਟ ਹੋਣਾ ਚਾਹੀਦਾ। ਅਸੀਂ ਬੇਨਤੀ ਕਰਾਂਗੇ ਕਿ ਇਸ ਬੱਚੇ ਨੂੰ ਫ੍ਰੀ ਵਿਵੇਕਾਨੰਦ ਦੇ ਵਿੱਚ ਪੜ੍ਹਾਇਆ ਜਾਵੇ। ਇਹ ਸਾਡੇ ਲਈ ਅੱਜ ਇੱਕ ਗਿਫਟ ਵੀ ਆ, ਇੱਕ ਤੋਹਫਾ ਹੈ ਭਾਸਕਰ ਸਾਹਿਬ ਨੂੰ। ਔਰ ਹੁਣ ਮੈਂ ਇੱਕ ਬੇਨਤੀ ਤੁਹਾਨੂੰ ਲਾਸਟ ਕਰੀਏ ਕਿ ਸਮਾਂ ਜ਼ਿਆਦਾ ਹੋ ਗਿਆ, ਕਿ ਜਿੰਨੇ ਵੀ ਤੁਸੀਂ ਵੀਰ ਆਏ ਹੋ, ਸਭ ਤੋਂ ਪਹਿਲਾਂ ਆਪਾਂ ਤੋਂ ਚੱਲ ਕੇ ਬਾਬਾ ਸਾਹਿਬ ਦੇ ਉੱਤੇ ਨਤਮਸਤਕ ਹੋਣਾ ਹੈ। ਉਸ ਤੋਂ ਬਾਅਦ ਬਾਬਾ ਸਾਹਿਬ ਤੋਂ ਸਟੈਚੂ ਤੋਂ ਜਦੋਂ ਆਪਾਂ ਤੁਰਨਾ ਹੈ, ਤੁਰਨ ਤੋਂ ਬਾਅਦ ਆਪਾਂ ਬਾਜ਼ਾਰਾਂ 'ਚ ਹੁੰਦੇ ਹੋਏ DC ਆਫਿਸ ਦੇ ਨਾਲ ਹੀ ਹੈ ਬਾਬਾ ਸਾਹਿਬ ਦਾ ਸਟੈਚੂ ਲੱਗਾ, ਉੱਥੋਂ ਆਪਾਂ ਰਵਿਦਾਸ ਮਹਾਰਾਜ ਦੇ ਅਨੰਤ ਤੇ ਜਾਣਾ। ਉੱਥੇ ਤੁਹਾਡੇ ਖਾਣ ਪੀਣ ਦਾ, ਲੰਗਰ ਦਾ, ਪ੍ਰਸ਼ਾਦ ਦਾ ਇੰਤਜ਼ਾਮ ਹੈ। ਔਰ ਇੱਕ ਗੱਲ ਮੈਨੂੰ ਬਾਰ-ਬਾਰ ਇਹ ਕਹਿ ਰਹੇ ਸੀਗੇ ਜਿਹੜੇ ਮੇਰੀ ਟੀਮ ਆ ਕਿ ਪ੍ਰਧਾਨ ਜੀ ਜਿਹੜੀਆਂ ਤੁਸੀਂ ਇਹ ਟੇਬਲਾਂ ਲਾਈਆਂ ਨਾ, ਅਗਰ ਤੁਸੀਂ ਇਹ ਟੇਬਲਾਂ ਨਾ ਲਾਉਂਦੇ ਤੇ ਲੋਕ ਹੋਰ ਵਧੀਆ ਤਰੀਕੇ ਨਾਲ ਬੈਠ ਜਾਂਦੇ। ਭਾਸਕਰ ਸਾਹਿਬ ਇਹ ਰਾਮਨ ਸਾਹਿਬ ਦੀ ਗੱਲ ਹੈ, ਲੋਕ ਤਾਂ ਇਹ ਕਹਿੰਦੇ ਕਦੀ ਪ੍ਰਸ਼ਾਦ ਘਟਣਾ ਨਹੀਂ ਚਾਹੀਦਾ, ਇਹੀ ਕਹਿੰਦੇ ਜਿਹੜੇ ਮਰਜ਼ੀ ਧਾਰਮਿਕ ਜਗ੍ਹਾ ਤੇ ਚਲੇ ਜਾਓ। ਪਰ ਰਾਮਨ ਸਾਹਿਬ ਇੱਕ ਗੱਲ ਕਰਦੇ ਆ ਕਿ ਜੇ ਸਮਝ ਲਓ ਪ੍ਰਸ਼ਾਦ ਤੁਹਾਡਾ ਘਟ ਗਿਆ ਤੇ ਪਤਾ ਤੁਸੀਂ ਇਹ ਸਮਝ ਲਓ ਫਿਰ ਤੁਸੀਂ ਮਿਹਨਤ ਕੀਤੀ। ਜੇ ਤੁਹਾਡਾ ਪ੍ਰਸ਼ਾਦ ਵੱਧ ਗਿਆ ਫਿਰ ਤੁਸੀਂ ਮਿਹਨਤ ਨਹੀਂ ਕੀਤੀ। ਇਹ ਇਸ ਕਰਕੇ ਗੱਲ ਕਹਿ ਰਿਹਾ ਕਿ ਕੋਈ ਵਿਅਕਤੀ ਜਦੋਂ ਇੰਤਜ਼ਾਮ ਕਰਦਾ 100 ਬੰਦੇ ਦਾ, ਤੇ ਅਗਰ ਇੰਤਜ਼ਾਮ ਕਰਦੇ ਕਰਦੇ 200 ਬੰਦੇ ਹੋ ਜਾਣ, ਇਹਦਾ ਮਤਲਬ ਉਹਦੀ ਮਿਹਨਤ ਜਿਹੜੀ ਆ ਸਫਲ ਹੋਈ ਹੈ। ਤੇ ਅਸੀਂ ਵੀ ਜਿਹੜਾ ਭਾਸਕਰ ਸਾਹਿਬ ਨੇ ਇੰਤਜ਼ਾਮ ਕੀਤਾ ਸੀ ਸਿਰਫ 100 ਬੰਦਿਆਂ ਦਾ ਕੀਤਾ ਸੀਗਾ, ਤੇ ਜਿਹੜੀਆਂ ਇਸ ਤੇ ਕੁਰਸੀਆਂ ਲੱਗੀਆਂ ਤੁਸੀਂ ਦੇਖ ਰਹੇ ਸਿਰਫ 60 ਬੰਦਿਆਂ ਦੀਆਂ ਕੁਰਸੀਆਂ, ਤੇ 30-40 ਅਸੀਂ ਲੋਕ ਸੋਚੇ ਸੀ ਕਿ ਸ਼ਾਇਦ ਖੜੇ ਹੋ ਕੇ ਸੁਣ ਲੈਣਗੇ, ਪਰ ਲੇਕਿਨ ਸਾਡੀ ਜਿਹੜੀ ਮੇਰੀ ਟੀਮ ਆਦਤ ਸੀ ਉਹਦੀ ਮਿਹਨਤ ਰੰਗ ਲਿਆਈ ਹੈ ਕਿ ਅੱਜ 200-250 ਬੰਦੇ ਇੱਥੇ ਖੜਾ ਹੈ। ਪਰ ਦੋਸਤੋ ਤੁਹਾਡੇ ਇੱਕ ਮੈਂ ਗੱਲ ਤੁਹਾਨੂੰ ਬਾਬਾ ਸਾਹਿਬ ਦੀ ਕਹਿਣਾ ਚਾਹੁੰਦਾ, ਤੁਸੀਂ ਜਿੰਨੇ ਲੋਕ ਬੈਠੇ ਹੋ ਤੁਹਾਡੇ ਸਾਰਿਆਂ ਦੇ ਸਰੀਰ ਦੇ ਅੰਦਰ ਦਿਲ ਹੈ। ਤੁਹਾਡੇ 'ਚ ਕੋਈ ਐਸਾ ਵਿਅਕਤੀ ਨਹੀਂ ਜਿਹੜਾ ਤੁਹਾਡੇ ਤੋਂ ਜਿਹਦੇ ਸਰੀਰ ਦੇ ਅੰਦਰ ਦਿਲ ਨਾ ਹੋਵੇ। ਇਹ ਸਾਰੇ ਦੱਸੋ ਕਿ ਜੀਣ ਵਾਸਤੇ ਅਗਰ ਤੁਸੀਂ ਜ਼ਿੰਦਾ ਰਹਿਣਾ ਚਾਹੁੰਦੇ ਹੋ ਤੇ ਜੀਣ ਵਾਸਤੇ ਸਭ ਤੋਂ ਜ਼ਰੂਰੀ ਚੀਜ਼ ਕਿਹੜੀ ਆ? ਕੋਈ ਬੰਦਾ ਇੱਕ ਹੱਥ ਖੜਾ ਕਰਕੇ ਦੱਸ ਦੇ। ਹਰ ਇਨਸਾਨ ਦੇ ਲਈ ਜੀਣ ਦੇ ਵਾਸਤੇ ਜਿਹੜਾ ਪਾਣੀ ਹੈ ਸਭ ਤੋਂ ਜ਼ਿਆਦਾ ਜ਼ਰੂਰੀ ਆ। ਪਾਣੀ ਤੋਂ ਬਿਨਾਂ ਬੰਦਾ ਜ਼ਿੰਦਾ ਰਹਿ ਸਕਦਾ ਹੈ? ਤੁਸੀਂ ਰੋਟੀ ਤੋਂ ਬਿਨਾਂ ਜ਼ਿੰਦਾ ਰਹਿ ਲੋਗੇ? ਰਾਜੇ ਆਜੋ ਇਧਰ ਆਜੋ ਆਜੋ ਇਧਰ ਭਾਈ ਇਧਰ ਆਜੋ ਭਾਸਕਰ ਸਾਹਿਬ, ਹਰ ਬੰਦਾ ਕਈ ਵਾਰ ਮਹੀਨਿਆਂ ਦੇ 2 ਮਹੀਨਿਆਂ ਦੇ ਵਰਤ ਰੱਖ ਲੈਂਦਾ, ਜੀ ਲੈਂਦਾ, ਪਰ ਦੁਨੀਆ ਦਾ ਕੋਈ ਐਸਾ ਇਨਸਾਨ ਨਹੀਂ ਜਿਹੜਾ ਪਾਣੀ ਤੋਂ ਬਿਨਾਂ ਜੀ ਸਕਦਾ। ਬਾਬਾ ਸਾਹਿਬ ਦੇ ਸੰਵਿਧਾਨ ਤੋਂ ਪਹਿਲਾਂ ਇਹ ਜਿਹੜੇ ਲੋਕਾਂ ਦੇ ਦਿਲਾਂ ਸਰੀਰ ਦੇ ਅੰਦਰ ਦਿਲ ਹੈ ਨਾ, ਗੱਲ ਨੂੰ ਸਮਝ ਲੈਣਾ, ਕਿਉਂਕਿ ਤੁਸੀਂ ਸਾਰਾ ਸਾਲ ਸੁੱਤੇ ਰਹਿੰਦੇ ਹੋ ਘਰੇ ਆਪਦੇ, ਇਹ ਤਾਂ ਤੁਹਾਨੂੰ ਗੱਲ ਦੱਸਣ ਜਾ ਰਿਹਾ। ਬਾਬਾ ਸਾਹਿਬ ਦੇ ਸੰਵਿਧਾਨ ਤੋਂ ਪਹਿਲਾਂ ਸਾਨੂੰ ਪਾਣੀ ਪੀਣ ਦਾ ਵੀ ਅਧਿਕਾਰ ਨਹੀਂ ਸੀ। ਅਗਰ ਤੁਹਾਡੇ ਕੋਲ ਇਸ ਕਮਰੇ 'ਚ ਬੰਦ ਕਰ ਦਈਏ ਤੇ ਜਿਹੜੀਆਂ ਪਾਣੀ ਦੀਆਂ ਬੋਤਲਾਂ ਤੁਹਾਡੇ ਅੱਗੇ ਪਈਆਂ ਇਹ ਵੀ ਚੱਕ ਲਈਏ ਤੇ ਪਾਣੀ ਵੀ ਨਾ ਪੀਣ ਦਿੱਤਾ ਜਾਵੇ ਤੇ ਤੁਸੀਂ ਜ਼ਿੰਦਾ ਰਹਿ ਸਕਦੇ ਹੋ? ਨਹੀਂ ਰਹਿ ਸਕਦੇ। ਤੇ ਸੋਚੋ ਕਿ ਉਸ ਸਮੇਂ ਜਦੋਂ ਪਾਣੀ ਪੀਣ ਦਾ ਅਧਿਕਾਰ ਨਹੀਂ ਸੀਗਾ
ਫਿਰ ਆਪਾਂ ਜਿੰਦੇ ਕਿਵੇਂ ਰਹੇ? ਹੁਣ ਤੁਹਾਨੂੰ ਉਦਾਹਰਨ ਸਮਝਾਉਣ ਲੱਗਾ, ਛੋਣੀ ਦੇ ਉੱਤੇ ਨਿਗਾਹ ਮਾਰ ਲਓ। ਜਿਹੜੀ ਛੋਣੀ ਬਾਜ਼ਾਰ ਹੈ, ਕੈਂਟ ਬਾਜ਼ਾਰ ਆ, ਇਹਨੂੰ ਪੂਰੇ ਬਾਜ਼ਾਰ ਦੇ ਲੋਕਾਂ ਨੂੰ, ਬਾਜ਼ਾਰ ਨੂੰ, ਸਾਡੇ ਸਮਾਜ ਦੇ ਲੋਕਾਂ ਦੀ ਬਸਤੀਆਂ ਜਿਹੜੀਆਂ ਆ ਉਹਨੇ ਘੇਰਾ ਪਾਇਆ ਹੋਇਆ। ਜਿਵੇਂ ਤੁਹਾਨੂੰ ਇਹ ਲਾਲ ਕੁਰਸੀ, ਗੌਰ ਟੋਲੀ, ਵਜ਼ੀਰੇ ਦੀ ਬਿਲਡਿੰਗ, ਨੈਮੀਅਸ, ਵਾਲਮੀਕੀ ਕਲੋਨੀ, ਘੁਮਿਆਰ ਮੰਡੀ, ਇਹ ਸਾਡੀਆਂ ਬਸਤੀਆਂ ਨੇ ਜਿੱਥੇ ਐਸਸੀਬੀਸੀ ਲੋਕ ਜ਼ਿਆਦਾ ਰਹਿੰਦੇ ਆ। ਸਾਡਾ ਰਵਿਦਾਸ ਮੰਦਿਰ ਆ ਗਿਆ, ਨਾਲ ਹੀ ਹੱਥ ਆਇਆ। ਇੱਥੇ ਜਿੰਨੇ ਵੀ ਲੋਕ ਰਹਿੰਦੇ ਆ ਜ਼ਿਆਦਾਤਰ ਐਸਸੀ ਜਾਂ ਬੀਸੀ ਸਮਾਜ ਦੇ ਲੋਕ ਰਹਿੰਦੇ ਆ, ਔਰ ਜਿਹੜੇ ਬਾਜ਼ਾਰ ਦੇ ਵਿੱਚ ਲੋਕ ਰਹਿੰਦੇ ਆ ਜਨਰਲ ਕੈਟਾਗਰੀ ਦੇ ਰਹਿੰਦੇ ਆ। ਤੇ ਆਪਾਂ ਨੂੰ ਪਾਣੀ ਪੀਣ ਦਾ ਅਧਿਕਾਰ ਨਾ ਹੋਵੇ ਤੇ ਆਪਾਂ ਕਿਸ ਤਰ੍ਹਾਂ ਜ਼ਿੰਦੇ ਰਹਾਂਗੇ, ਜਾਂ ਉਸ ਸਮੇਂ ਸਾਡੇ ਲੋਕ ਜ਼ਿੰਦਾ ਰਹੇ ਕਿਵੇਂ? ਉਸ ਸਮੇਂ ਦੋਸਤੋ ਜਿਹੜਾ ਬਾਜ਼ਾਰਾਂ ਦੇ ਵਿੱਚੋਂ ਪਾਣੀ, ਚਾਹੇ ਉਹ ਲੈਟਰਿਨ ਵਾਲਾ ਸੀਗਾ, ਚਾਹੇ ਭਾਂਡੇ ਧੋਤਿਆਂ ਦਾ ਸੀਗਾ, ਚਾਹੇ ਕੱਪੜੇ ਧੋਤਿਆਂ ਦਾ ਸੀਗਾ, ਜਦੋਂ ਪਾਣੀ ਬਾਜ਼ਾਰਾਂ ਚੋਂ ਨਿਕਲ ਕੇ ਸਾਡੇ ਮੁਹੱਲਿਆਂ ਦੇ ਵਿੱਚ ਆਉਂਦਾ ਸੀਗਾ, ਉਦੋਂ ਸਾਡੇ ਲੋਕ ਪਾਣੀ ਪੀ ਕੇ ਜ਼ਿੰਦਾ ਰਹਿੰਦੇ ਸੀ। ਸੋਚੋ ਸਮਾਂ ਕਿਹਦਾ ਹੋਏਗਾ। ਤੇ ਬਾਬਾ ਸਾਹਿਬ ਨੇ ਅੱਜ ਤੁਹਾਨੂੰ ਇਹ ਬੋਤਲਾਂ ਤੁਹਾਡੇ ਸਾਹਮਣੇ ਰਖਾਤੀ। ਸੋਚੋ ਜਮਾ ਕਿ ਬਾਜ਼ਾਰ ਵਾਲੇ ਅੱਜ ਵੀ ਪਾਣੀ ਸਾਡਾ ਬੰਦ ਹੋ ਜਾਵੇ ਤੇ ਬਾਜ਼ਾਰ ਵਾਲੇ ਜਦੋਂ ਲੈਟਰਿਨ ਕਰਨਗੇ, ਕੱਪੜੇ ਧੋਣਗੇ, ਭਾਂਡੇ ਮਾਂਜਣਗੇ, ਉਹਦਾ ਜਿਹੜਾ ਗੰਦਾ ਪਾਣੀ ਆਏਗਾ ਉਦੋਂ ਉਹ ਪਾਣੀ ਅਸੀਂ ਪੀਣ ਵਾਸਤੇ ਹੁੰਦਾ ਸੀ ਸਾਡੇ ਕੋਲ। ਐਵੇਂ ਦੀ ਨਰਕ ਦੀ ਜ਼ਿੰਦਗੀ ਚੋਂ ਤੁਹਾਨੂੰ ਕੱਢ ਕੇ ਬਾਬਾ ਸਾਹਿਬ ਇਹ ਕੁਰਸੀਆਂ ਤੇ ਬਿਠਾਇਆ। ਇਹ ਜਿਹੜੀਆਂ ਤੁਸੀਂ ਕੁਰਸੀਆਂ ਤੇ ਵੀ ਬੈਠੇ ਹੋ, ਇਹ ਬਾਬਾ ਸਾਹਿਬ ਦੇ 4 ਬੱਚਿਆਂ ਦੀ ਕੁਰਬਾਨੀ ਹੈ। ਬਾਬਾ ਸਾਹਿਬ ਦੇ 4 ਬੱਚਿਆਂ ਦੀ ਕੁਰਬਾਨੀ, ਜਿਨ੍ਹਾਂ ਨੂੰ ਦਵਾਈ ਨਹੀਂ ਮਿਲੀ, ਜਿਨ੍ਹਾਂ ਨੂੰ ਕਫਨ ਨਹੀਂ ਮਿਲਿਆ, ਲੇਕਿਨ ਤੁਹਾਡੇ ਸਾਰੇ ਇੰਤਜ਼ਾਮ ਕਰਦੇ। ਜਦੋਂ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਨਾ, ਤੁਹਾਡੇ ਆਉਣ ਵਾਲੀ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਦਾ ਸੀਗਾ ਕਿ ਇੱਕ ਵਿਅਕਤੀ ਨੌਕਰੀ ਲੱਗੇਗਾ, 60 ਸਾਲ ਬਾਅਦ ਰਿਟਾਇਰ ਹੋਏਗਾ, ਕਿਉਂਕਿ ਜਦੋਂ ਇਨਸਾਨ ਬੁੜਾ ਹੋ ਜਾਂਦਾ ਹੈ, ਜ਼ਰੂਰੀ ਨਹੀਂ ਉਹਦੇ ਬੱਚਿਆਂ ਨੂੰ ਪੁੱਛਣਗੇ। ਜਦੋਂ ਇਨਸਾਨ ਬੁੜਾ ਹੋ ਜਾਂਦਾ, ਬਜ਼ੁਰਗ ਹੋ ਜਾਂਦਾ, ਜ਼ਰੂਰੀ ਨਹੀਂ ਉਹਦੇ ਬੱਚਿਆਂ ਨੂੰ ਪੁੱਛਣਗੇ। ਬਾਬਾ ਸਾਹਿਬ ਨੇ ਉਹਦੇ ਲਈ ਪੈਨਸ਼ਨ ਦਾ ਇੰਤਜ਼ਾਮ ਕਰਤਾ ਤਾਂ ਕਿ ਬਜ਼ੁਰਗ ਹੋਣ ਤੋਂ ਬਾਅਦ ਵੀ ਇਹ ਆਪਣੀ ਕਿਸੇ ਰੋਟੀ ਪਾਣੀ ਤੋਂ ਨਾ ਰਹਿ ਜਾਵੇ, ਉਹਦਾ ਮਰਨ ਤੱਕ ਦਾ ਇੰਤਜ਼ਾਮ ਨਹੀਂ। ਬਾਬਾ ਸਾਹਿਬ ਨੇ ਤੁਹਾਡੇ ਇੱਥੇ ਤੱਕ ਇੰਤਜ਼ਾਮ ਕਰਤਾ ਕਿ ਅਗਰ ਤੁਸੀਂ ਮਰ ਵੀ ਜਾਓ, ਜਿਹੜਾ ਤੁਹਾਡੇ ਡਿਪਾਰਟਮੈਂਟ 'ਚ ਤੁਸੀਂ ਕੰਮ ਕਰਦੇ ਹੋ, ਉਹ ਤੁਹਾਡੇ ਸੰਸਕਾਰ ਦਾ ਵੀ ਇੰਤਜ਼ਾਮ ਕਰਦੇ ਹਨ। ਇਹਨੇ ਬਾਬਾ ਸਾਹਿਬ, ਔਰ ਬਾਬਾ ਸਾਹਿਬ ਨੇ ਇੱਕ ਲਈ ਨਹੀਂ ਲਿਖਿਆ ਜਾਂ ਇੱਕ ਲਈ ਨਹੀਂ ਕੀਤਾ। ਬਾਬਾ ਸਾਹਿਬ ਨੇ ਜਨਰਲ ਕੈਟਾਗਰੀ ਦੀਆਂ ਜਿੰਨੀਆਂ ਵੀ ਔਰਤਾਂ ਆ, ਚਾਹੇ ਉਹ ਕਿਸੇ ਮਹਾਜਨ ਦੀ ਹੈ, ਚਾਹੇ ਕਿਸੇ ਬਾਹਮਣ ਦੀ ਆ, ਬਾਬਾ ਸਾਹਿਬ ਨੇ ਉਹਨਾਂ ਸਮਾਜ ਦੀਆਂ ਔਰਤਾਂ ਦੇ ਲਈ ਵੀ ਕੰਮ ਕੀਤਾ। ਕਿਉਂਕਿ ਬਾਬਾ ਸਾਹਿਬ ਦੇ ਸੰਵਿਧਾਨ ਤੋਂ ਪਹਿਲਾਂ ਚਾਹੇ ਕਿਸੇ ਪੰਡਤ ਦੀ ਔਰਤ ਸੀ, ਚਾਹੇ ਕਿਸੇ ਮਹਾਜਨ ਦੀ ਔਰਤ ਸੀ, ਉਹਨੂੰ ਵੀ ਆਪਣੇ ਪਰਿਵਾਰ ਦੇ ਵਿੱਚ ਕਿਸੇ ਵੀ ਚੀਜ਼ 'ਚ ਅਧਿਕਾਰ ਨਹੀਂ ਸੀਗਾ। ਨਾ ਪ੍ਰੋਪਰਟੀ ਦੇ ਵਿੱਚ ਅਧਿਕਾਰ, ਨਾ ਉਹਨੂੰ ਆਪਣੀ ਆਜ਼ਾਦੀ ਦੀ ਕੋਈ ਅਧਿਕਾਰ, ਨਾ ਸਕੂਲ ਜਾਣ ਦਾ ਅਧਿਕਾਰ। ਔਰਤ ਦੇ ਜਿੰਨੇ ਵੀ ਅਧਿਕਾਰ ਸੀ, ਉਹਨਾਂ ਨੇ ਆਪਣੀਆਂ ਔਰਤਾਂ ਦੇ ਅਧਿਕਾਰ ਵੀ ਖੋਏ ਹੋਏ ਸੀ। ਇੱਥੇ ਤੱਕ ਕਿ ਅਗਰ ਬੰਦਾ ਮਰ ਜਾਂਦਾ ਸੀਗਾ, ਉਹਦੇ ਨਾਲ ਔਰਤ ਨੂੰ ਵੀ ਜ਼ਿੰਦਾ ਮਰਨਾ ਪੈਂਦਾ ਸੀਗਾ। ਇਹੋ ਜਿਹਾ ਸੰਵਿਧਾਨ ਸੀ ਉਹਨਾਂ ਦਾ। ਉਹਨਾਂ ਲੋਕਾਂ ਦਾ ਸੰਵਿਧਾਨ ਐਸਾ ਸੀਗਾ ਕਿ ਬੰਦਾ ਮਰ ਗਿਆ ਤੇ ਉਹਦੇ ਨਾਲ ਜ਼ਿੰਦੇ ਜੀ ਔਰਤ ਨੂੰ ਵੀ ਮਰਨਾ ਪੈਂਦਾ ਸੀਗਾ। ਪਰ ਲੇਕਿਨ ਬਾਬਾ ਸਾਹਿਬ ਨੇ ਤੁਹਾਡੇ ਲਈ ਸਾਰੇ ਇੰਤਜ਼ਾਮ ਕਰਤੇ। ਔਰ ਜਿੰਨੇ ਵੀ ਤੁਸੀਂ ਲੋਕ ਬੈਠੇ ਹੋ, ਉਹਦੇ ਵਿੱਚ ਜ਼ਿਆਦਾਤਰ ਤੁਸੀਂ ਮਜ਼ਦੂਰ ਲੋਕ ਬੈਠੇ ਹੋ। ਬੰਗਾ ਸਿੰਘ ਪ੍ਰਧਾਨ ਤੁਹਾਡੀ ਮਜ਼ਦੂਰਾਂ ਦੀ ਲੜਾਈ ਲੜਦੇ ਆ। ਮਜ਼ਦੂਰ ਬੈਠੇ ਹੋ ਤੁਸੀਂ ਸਾਰੇ। ਤੇ ਬਾਬਾ ਸਾਹਿਬ ਦੇ ਸੰਵਿਧਾਨ ਤੋਂ ਪਹਿਲਾਂ ਕਿੰਨੇ ਘੰਟੇ ਦੀ ਨੌਕਰੀ ਸੀ ਤੁਹਾਡੀ ਮਜ਼ਦੂਰ ਦੀ? ਕਿਤੇ ਕਿਤੇ 12 ਘੰਟੇ ਤੇ ਕਿਤੇ ਕਿਤੇ 18 ਘੰਟੇ, ਯਾਨੀ ਕਿ ਤੁਹਾਡੇ ਕੋਲ ਸੌਣ ਦਾ ਟਾਈਮ ਵੀ ਨਹੀਂ ਸੀਗਾ। ਤੇ ਬਾਬਾ ਸਾਹਿਬ ਨੇ ਤੁਹਾਡੇ ਲਈ ਅਧਿਕਾਰ ਲੈ ਕੇ ਦਿੱਤਾ ਕਿ ਇੱਕ ਮਜ਼ਦੂਰ 8 ਘੰਟੇ ਨੌਕਰੀ ਕਰੇਗਾ ਸਿਰਫ, ਤਾਂ ਕਿ ਉਹ ਆਪਣੇ ਬੱਚੇ ਨੂੰ ਵੀ ਪੜ੍ਹਾ ਸਕੇ ਔਰ ਆਪਣਾ ਵੀ ਜੀਵਨ ਚੰਗੇ ਤਰੀਕੇ ਨਾਲ ਜੀ ਸਕੇ। ਤੇ ਬਾਬਾ ਸਾਹਿਬ ਨੇ ਤੁਹਾਡੇ ਲਈ ਇੰਤਜ਼ਾਮ ਕੀਤਾ। ਬਾਬਾ ਸਾਹਿਬ ਚਾਹੁੰਦੇ ਦੁਨੀਆ ਦਾ ਐਸਾ ਕੋਈ, ਜਦੋਂ ਬਾਬਾ ਸਾਹਿਬ ਨੇ ਕਿਹਾ ਸੀ ਕਿ ਮੈਂ ਹਿੰਦੂ ਜੰਮਿਆ ਜ਼ਰੂਰ ਪਰ ਹਿੰਦੂ ਮਰੂੰਗਾ ਨਹੀਂ,
ਤੇ ਬਾਬਾ ਸਾਹਿਬ ਨੂੰ ਹਰ ਧਰਮਾਂ ਦੇ ਆਫਰਾਂ ਸੀਗੀਆਂ ਕਿ ਜਿਹੜੀ ਚੀਜ਼ ਚਾਹੁੰਦੇ ਉਹ ਚੀਜ਼ ਦੁਨੀਆ ਦੀ ਖਰੀਦ ਸਕਦੇ ਸੀ, ਲੈ ਸਕਦੇ ਸੀ। ਪਰ ਲੇਕਿਨ ਬਾਬਾ ਸਾਹਿਬ ਨੇ ਕਿਸੇ ਨਾਲ ਸਮਝੌਤਾ ਨਹੀਂ ਕੀਤਾ। ਬਾਬਾ ਸਾਹਿਬ ਨੇ ਤੁਹਾਡੇ ਲਈ ਅਧਿਕਾਰ ਮੰਗਿਆ 2 ਵੋਟਾਂ ਦਾ, ਔਰ ਬਾਪੂ ਗਾਂਧੀ ਨੇ ਮਰਨ ਵਰਤ ਤੇ ਬੈਠ ਗਿਆ ਤੇ ਬਾਬਾ ਸਾਹਿਬ ਨੇ ਸਮਝੌਤਾ ਕੀਤਾ ਨਹੀਂ ਕੀਤਾ। ਕਹਿੰਦਾ ਬਾਪੂ ਮਰਦਾ ਮਰ ਜਾਵੇ, ਪਰ ਮੈਂ ਆਪਣੀ ਕੌਮ ਦੇ ਨਾਲ ਸਮਝੌਤਾ ਨਹੀਂ ਕਰਾਂਗਾ ਇਹਨਾਂ ਦਾ। ਤੇ ਮੈਂ ਤੁਹਾਨੂੰ 1 ਵੋਟ ਦਾ ਅਧਿਕਾਰ ਲੈ ਕੇ ਦਿੱਤਾ, ਕਿਉਂਕਿ ਇਸ ਤੋਂ ਪਹਿਲਾਂ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। ਇਹ ਨੇ ਬਾਬਾ ਸਾਹਿਬ। ਤੇ ਤੁਸੀਂ ਕੌਣ? ਬਾਬਾ ਸਾਹਿਬ ਦੇ ਦਿਨ ਇੱਥੇ ਆਪਾਂ 200-250 ਬੰਦਾ ਕਿ ਫਿਰੋਜ਼ਪੁਰ ਦੇ ਵਿੱਚ ਕੱਲੇ ਕੈਂਟ ਚ ਵਾਲਮੀਕੀ ਸਮਾਜ ਦੇ 200-250 ਲੋਕ ਨੇ, ਉਹ ਆਪਣੇ ਘਰਾਂ 'ਚ ਹੁਣ ਵੀ ਅੰਨੇ ਬਣ ਕੇ ਸੁੱਤੇ ਪਏ ਨੇ। ਅੱਜ ਵੀ ਸਾਡੇ ਸਮਾਜ ਦੀਆਂ ਔਰਤਾਂ ਨੂੰ ਦੇਖ ਲਓ, ਜੇ ਕਿਸੇ ਨੂੰ ਕਹੋਗੇ ਨਾ ਭੈਣ ਜੀ ਆ ਜਾਓ, ਉਹ ਭਾਜੀ ਘਰ ਦਾ ਕੰਮ ਹੀ ਬੜਾ ਪਿਆ। ਔਰ ਮੈਂ ਉਹਨਾਂ ਲੋਕਾਂ ਤੋਂ ਮੈਨੂੰ ਖਾਸ ਕਰਕੇ ਨਫ਼ਰਤ ਆ ਜਿਹੜੇ ਲੋਕਾਂ ਨੂੰ ਨਹੀਂ ਸਮਝ। ਮੈਂ ਕਦੇ ਉਸ ਤੇ ਗੁੱਸਾ ਨਹੀਂ ਕੀਤਾ, ਜਦੋਂ ਸਮਝ ਹੀ ਨਹੀਂ ਉਹਨੂੰ ਮੈਂ ਕੀ ਕਹਾਂ। ਪਰ ਮੈਨੂੰ ਉਹਨਾਂ ਲੋਕਾਂ ਤੇ ਗੁੱਸਾ ਚੜਦਾ ਕਿ ਜਿਹੜੇ ਲੋਕ ਸਮਝਦਾਰ ਆ, ਧਰਮ ਨੂੰ ਜਾਣਦੇ ਆ, ਰਾਜ ਸਾਹਿਬ ਨੂੰ ਜਾਣਦੇ ਆ, ਜਾਂ ਸਾਡੇ ਜਿਹੜੇ ਪੂਰਸ ਨੇ ਇਹਨਾਂ ਨੂੰ ਜਾਣਦੇ ਆ, ਪਰ ਸਾਡੇ ਸਮੇਂ ਦੀ ਕਦਰ ਨਹੀਂ ਕਰਦੇ। ਉਹਨਾਂ ਲੋਕਾਂ ਨੂੰ ਆਪਣੇ ਧਰਮ ਦੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ। ਤੁਹਾਨੂੰ ਇਹ ਪਤਾ ਕਿ ਬਾਬਾ ਸਾਹਿਬ ਤੋਂ ਪਹਿਲਾਂ ਅਸੀਂ ਜਦੋਂ ਸਕੂਲ ਪੜ੍ਹਨ ਦਾ ਅਧਿਕਾਰ ਨਹੀਂ ਸੀਗਾ ਤੇ ਸਵਿਤਰੀ ਬਾਬਾ ਫੂਲੇ ਨੇ ਸਾਡੇ ਲਈ ਜਦੋਂ ਪਹਿਲਾ ਸਕੂਲ ਖੋਲ੍ਹਿਆ, ਸਕੂਲ 'ਚ ਬੱਚੇ ਕਿਵੇਂ ਜਾਂਦੇ ਹੁੰਦੇ ਸੀਗੇ? ਅੱਜ ਜਿਹੜਾ ਤੁਸੀਂ ਸਟੈਚੂ ਦੇਖ ਰਹੇ ਹੋ, ਇਹ ਜੋਤੀਬਾ ਫੂਲੇ ਦਾ ਸਟੈਚੂ ਇਸ ਕਰਕੇ ਲਾਇਆ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਇਹ ਸ਼ਖਸ ਕੌਣ ਹੈ। ਇਹ ਉਹ ਸ਼ਖਸ ਹੈ ਜਦੋਂ ਇਹਨਾਂ ਨੇ ਭਾਰਤ ਦਾ ਪਹਿਲਾ ਸਕੂਲ ਖੋਲ੍ਹਿਆ ਤੇ ਇਹਨਾਂ ਦੀ ਮਿਸਿਜ ਬੱਚੇ ਪਤਾ ਕਿਵੇਂ ਲੈ ਕੇ ਆਉਂਦੇ ਸੀ? ਮਾਸਟਰ ਸਾਹਿਬ ਸਮਿਤਰੀ ਬਾਪੂ ਨੇ ਜਦੋਂ ਪਹਿਲਾ ਸਕੂਲ ਖੋਲ੍ਹਿਆ ਤੇ ਬੱਚੇ ਪਤਾ ਕਿਸ ਤਰ੍ਹਾਂ ਲੈ ਕੇ ਆਉਂਦੇ ਸੀ? ਬੋਰੀਆਂ 'ਚ ਬੰਦ ਕਰਕੇ ਉਹਨੂੰ ਇਹ ਫੜਨਾ, ਮੋਢੇ ਤੇ ਬੱਚਿਆਂ ਨੂੰ ਚੱਕਣਾ, ਫਿਰ ਘੋੜੇ ਦੇ ਹਸਪਤਾਲ 'ਚ ਪੜਾਇਆ ਜਾਂਦਾ ਸੀਗਾ ਕਿ ਉਸ ਸਮੇਂ ਦੇ ਲੋਕ ਜਿਹੜੇ ਰਾਜ ਪਾਠ ਕਰਦੇ ਸੀ ਤੇ ਕਿਤੇ ਉਹਨਾਂ ਨੂੰ ਪਤਾ ਨਾ ਲੱਗੇ ਬੱਚੇ ਪੜ੍ਹਦੇ ਕਿਤੇ ਸਾਡੇ ਬੱਚਿਆਂ ਨੂੰ ਮਾਰਨ। ਅਸੀਂ ਇਹੋ ਜਿਹੇ ਦੁੱਖ ਚੱਲੇ ਆ। ਇਹ ਉਹ ਸ਼ਖਸ ਨੇ ਜਿਨ੍ਹਾਂ ਨੂੰ ਬਾਬਾ ਸਾਹਿਬ ਵੀ ਆਪਣਾ ਗੁਰੂ ਮੰਨਦੇ ਆ, ਕਿ ਜਿਨ੍ਹਾਂ ਨੇ ਸਾਡੇ ਪੜ੍ਹਾਉਣ ਦੇ ਲਈ, ਬੱਚਿਆਂ ਦੇ ਲਈ ਇਹੋ ਜਿਹੀ ਕੁਰਬਾਨੀਆਂ ਕੀਤੀਆਂ ਕਿ ਬੋਰੀਆਂ 'ਚ ਬੱਚੇ ਬੰਨ ਕੇ ਮੋਢਿਆਂ ਤੇ ਰੱਖ ਕੇ ਉਹਨਾਂ ਨੂੰ ਰਾਤ ਨੂੰ ਹਨੇਰਿਆਂ ਦੇ ਵਿੱਚ ਪੜ੍ਹਾਇਆ ਤੇ ਅਸੀਂ ਸੁੱਤੇ ਰਹਿੰਦੇ ਹਾਂ। ਹੁਣ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਕਈ ਵਾਰ ਮੇਰੀਆਂ ਗੱਲਾਂ ਦਾ ਗੁੱਸਾ ਲੱਗਦਾ। ਪੰਜਾਬ ਦੇ ਵਿੱਚ ਜਿਹੜੇ ਧਾਰਮਿਕ ਸੰਗਠਨ ਹੈ, ਚਾਹੇ ਉਹ ਆਦਿ ਸੱਚਾ ਭਾਵਨਾ, ਉਹਨਾਂ ਦੀ ਬਦੌਲਤ ਪੰਜਾਬ ਦਾ ਇੱਕ ਰੁਤਬਾ ਆ ਕਿ ਵਾਲਮੀਕੀ ਸਮਾਜਿਕ ਤਾਕਤਵਰ। ਬਾਕੀ ਸਟੇਟਾਂ 'ਚ ਵਾਲਮੀਕੀ ਸਮਾਜ ਦੀ ਇੰਨੀ ਤਾਕਤ ਨਹੀਂ ਹੈ, ਪਰ ਪੰਜਾਬ 'ਚ ਤੁਸੀਂ ਸਾਰੇ ਹੱਥ ਖੜਾ ਕਰਕੇ ਜੇ ਦਿਲ 'ਚ ਹੱਥ ਰੱਖ ਕੇ ਦੱਸੋ, ਹੁਣ ਵੀ ਜੇ ਸਭ ਤੋਂ ਜ਼ਿਆਦਾ ਜ਼ੁਲਮ ਹੁੰਦਾ ਕਿਹੜੀ ਕੌਮ ਤੇ ਹੁੰਦਾ? ਥਾਣੇ ਵਿੱਚ ਸਭ ਤੋਂ ਜ਼ਿਆਦਾ ਕੇਸ ਕਿੰਨਾ ਤੇ ਹੈ ਕਿ ਅਸੀਂ ਥਾਣੇ ਚੱਲੇ, ਅੱਜ ਸਾਡੀ ਮਾਂ ਨਾਲ ਕਿਸੇ ਨੇ ਮਾੜਾ ਬੋਲਤਾ, ਸਾਡੀ ਕਿਸੇ ਭੈਣ ਨੇ ਮਾੜਾ ਬੋਲਤਾ, ਸਾਡੇ ਕਿਸੇ ਬਜ਼ੁਰਗ ਤੇ ਜ਼ੁਲਮ ਹੋ ਗਿਆ। ਕਦੀ ਕਿਸੇ ਧੋਬੀ ਦੇ ਉੱਤੇ ਜ਼ੁਲਮ ਹੁੰਦਾ ਦੇਖਿਆ, ਕਿਸੇ ਸੈਂਸੀ ਤੇ ਜ਼ੁਲਮ ਹੁੰਦਾ ਦੇਖਿਆ, ਕਦੀ ਨਾਈ ਤੇ ਜ਼ੁਲਮ ਹੁੰਦਾ ਦੇਖਿਆ? ਕਿਉਂਕਿ ਉਹ ਲੋਕ ਸੁੱਤੇ ਪਏ ਨੇ, ਉਹਨਾਂ ਨੂੰ ਪਤਾ ਇਹਨਾਂ ਨੇ ਕੋਈ ਆਪਣੇ ਲਈ ਕੁਝ ਨਹੀਂ ਕਰਨਾ। ਅਗਰ ਭਾਰਤ ਦੇ ਵਿੱਚ ਉਹਨਾਂ ਲੋਕਾਂ ਨੂੰ ਕਿਸੇ ਤੋਂ ਡਰ ਹੈ ਤਾਂ ਵਾਲਮੀਕੀ ਸਮਾਜ ਤੋਂ, ਤਾਂ ਤੁਹਾਡੇ ਲਈ ਜ਼ਿਆਦਾ ਲੋਕ कि जिस दिन वाल्मीकि समाज अपनी शक्ति ਨੂੰ जान गया, अपनी ताकत ਨੂੰ जान गया, उस दिन साडा राजपाट होया ना। उदाहरण देने लगा, जिस समय मुगलों की ते हिंदुओं की लड़ाई चल रही थी, गुरु गोबिंद सिंह ने 14 लड़ाइयां लड़ियां, 13 लड़ाइयां भाई जैते ने जित के दित्तियां ते 14वीं लड़ाई गुरु गोबिंद सिंह आप लड़े ते हार गया, क्योंकि साडे बिना उन्हां दा भी वजूद नहीं है। अज सिख धर्म के लोग फेसबुक ते पा रहे ना, जाटा है, वाल्मीकि समाज के बिना उन्हां दा भी वजूद नहीं। देश को आजाद कराया, ये कहना मंगल पांडे ने आजादी की लड़ाई शुरू की, मंगल पांडे ने नहीं की। देश की आजादी की लड़ाई सब तो पहले साडी भैन, साडी माँ माता लाजो ने शुरू की थी। जो माता दिन भंगी ने गल गई,
ਮਾਤਾ ਲਾਜੋ ਨੂੰ ਕਿ ਜੇ ਆਪਾਂ ਦੋਨੋਂ ਲੜਾਈ ਸ਼ੁਰੂ ਕਰਦੇ ਆ ਤੇ ਤੂੰ ਕੀ ਕਰੇਂਗੀ। ਤੇ ਮਾਤਾ ਲਾਜੋ ਨੇ ਪਤਾ ਕੀ ਕਿਹਾ ਸੀਗਾ, ਤੁਸੀਂ ਬੀਬੀਆਂ ਮੇਰਾ ਬੇਟੀਆਂ ਧਿਆਨ ਨਾਲ ਸੁਣ ਲੈਣਾ। ਕਹਿੰਦੀ ਜੇ ਮੈਂ ਕੁਛ ਨਾ ਕਰ ਸਕੀ ਨਾ 10-12 ਅੰਗਰੇਜ਼ ਤਾਂ ਮੈਂ ਮਾਰ ਹੀ ਦਊਂਗੀ। ਮਾਤਾ ਲਾਜੋ ਨੇ ਕਿਹਾ ਸੀਗਾ ਤਾਂ ਦੇਸ਼ ਦੀ ਜਾਈ ਇਸ ਕਰਕੇ ਮੇਰੀ ਬੇਨਤੀ ਇਤਿਹਾਸ ਆਪਣਾ ਲੰਬਾ ਹੈ। ਹੁਣ ਇਹ ਨਾ ਹੋਵੇ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਤੁਹਾਡੇ ਅੰਦਰ ਦਿਲ ਹੈ, ਅਗਰ ਦਿਲ ਹੈ ਤਾਂ ਮੈਂ ਗੱਲਾਂ ਨੂੰ ਸਮਝ ਜਾਣਾ। ਇਹ ਨਾ ਹੋਵੇ ਇੱਥੋਂ ਬਾਹਰ ਨਿਕਲੀਏ ਤੇ ਅੱਧੇ ਲੋਕ ਕਹਿੰਦੇ ਸਾਡਾ ਤਾਂ ਕੰਮ ਹੈ ਫਲਾਨੀ ਜਗ੍ਹਾ ਜਾਣਾ ਤੇ ਫਲਾਨੀ ਜਗ੍ਹਾ ਜਾਣਾ। ਇਹ ਨਾ ਹੋਵੇ। ਆਪਾਂ ਇੱਥੋਂ ਜਾਣਾ ਡੀਸੀ ਦਫ਼ਤਰ, ਡੀਸੀ ਦਫ਼ਤਰ ਤੋਂ ਬਾਅਦ ਜਾਣਾ ਆਪਾਂ ਰਵਿਦਾਸ ਮਹਾਰਾਜ ਦੇ ਮੰਦਰ ਤੇ। ਤੇ ਮੇਰੀ ਬੇਨਤੀ ਹੈ ਸਾਰਿਆਂ ਨੇ ਬੜੇ ਸ਼ਾਂਤੀ ਦੇ ਨਾਲ, ਕੋਈ ਬੁਲਟ ਮੋਟਰਸਾਈਕਲ ਦੇ ਪਟਾਕੇ ਨਹੀਂ ਮਾਰੇਗਾ, ਸ਼ਾਂਤੀ ਨਾਲ ਆਪਾਂ ਜਾਣਾ ਔਰ ਬਾਬਾ ਸਾਹਿਬ ਦੇ ਨਾਰੇ ਨਾਲ ਜਾਣਾ। ਧੰਨਵਾਦ। ਜੈ ਵਾਹਿਗੁਰੂ ਜੀ, ਜੈ ਭੀਮ, ਜੈ ਭਾਰਤ। ਤੇ ਬੇਨਤੀ ਕਰਦਾ ਬਾਦਸ਼ਾਹ ਨੂੰ ਕਿ ਬਾਦ ਸਾਨੂੰ ਝੰਡੀ ਦੇ।